ਸ਼੍ਰੀ ਅਕਾਲ ਜੀ, ਮੈਂ ਹਾਂ ਪੁਨੀਤ। ਤੁਸੀਂ ਵੇਖ ਰਹੇ ਹੋ ਦ ਬੈਨੀਪਾਲ ਸ਼ੋ। ਇੱਕ ਵਾਰੀ ਫਿਰ ਤੋਂ ਸਵਾਗਤ ਕਰਦੀ ਹਾਂ। ਤੁਸੀਂ ਕਹੋਗੇ ਵੀ ਕਿੱਥੇ ਸਟੂਡੀਓ ਬਹਿੰਦੇ ਸੀ ਤੇ ਕਦੀ ਕਿਤੇ ਬਹਿ ਜਾਂਦੇ ਆ ਤੇ ਕਦੀ ਕਿਤੇ ਬਹਿ ਜਾਂਦੀ ਆ। ਹੁਣ ਗੱਲ ਇਦਾਂ ਆ ਵੀ ਤੁਹਾਨੂੰ ਦੱਸਿਆ ਸੀ ਵੀ ਮੈਂ ਸਹੁਰੇ ਪਿੰਡ ਆਈ ਹੋਈ ਆ ਤੇ ਕੋਨਾ ਲੱਭਣਾ ਪੈਂਦਾ, ਪਰ ਅੱਜ ਮੈਂ ਜਾਣ ਬੁੱਝ ਕੇ ਬਾਹਰ ਹੀ ਖੜੀ ਹੋਈ ਆ। ਕਾਰਨ ਇਹ ਆ ਵੀ ਇੱਕ ਤਾਂ ਧੁੱਪ ਸੇਕੀ ਜਾ ਰਹੀ ਹੈਗੀ ਆ, ਇੱਕ ਈਅਰ ਐਂਡਰ ਦਾ ਟਾਈਮ ਹੈ ਤੇ ਸੋਚਿਆ ਕਿ ਜਿਹੜੀਆਂ ਸਾਲ ਦੀਆਂ ਵੱਡੀਆਂ ਵੱਡੀਆਂ ਘਟਨਾਵਾਂ ਹੋਈਆਂ ਅੱਜ ਉਸ ਤੇ ਕਿਉਂ ਨਾ ਚਰਚਾ ਕੀਤੀ ਜਾਏ। ਤੇ ਉਸ ਤੇ ਚਰਚਾ ਕਰਨੀ ਜਿਹੜੀ ਉਹ ਬਣਦੀ ਵੀ ਹੈਗੀ ਆ। ਕਹਿੰਦੇ ਆ ਨਾ ਕਿ ਆਪਣਾ ਆਪ ਜਿਹੜਾ ਹੈ ਉਹ ਸਵਾਰਨਾ ਚਾਹੀਦਾ। ਸਾਲ ਦਾ ਅਖੀਰਲਾ ਦਿਨ ਜਦੋਂ ਆ ਜਾਏ ਤਾਂ ਫਿਰ ਜਿਹੜੀਆਂ ਭੁੱਲ ਚੁੱਕਾਂ ਹੁੰਦੀਆਂ ਆ ਉਹਨਾਂ ਨੂੰ ਸੁਧਾਰ ਲੈਣਾ ਚਾਹੀਦਾ ਹੈਗਾ। ਜੇ ਕਿਸੇ ਤੋਂ ਮਾਫੀ ਮੰਗਣੀ ਆ ਮਾਫੀ ਮੰਗ ਲਓ, ਜੇ ਮੰਗਾਉਣੀ ਹੈ ਤਾਂ ਮੰਗਾ ਲਓ। ਪਰ ਇਹ ਆ ਕਿ ਬਈ ਜਦੋਂ ਵੀ ਸਾਲ ਬਦਲਦਾ ਆ, ਜਦੋਂ ਵੀ ਕੈਲੰਡਰ ਦਾ ਵਰਕ ਆ ਜਿਹੜਾ ਆ ਉਹ ਚੇਂਜ ਹੁੰਦਾ ਆ ਤੇ ਜ਼ਿੰਦਗੀ 'ਚ ਰੈਜ਼ੋਲਿਊਸ਼ਨਸ ਲੋਕ ਲੈਂਦੇ ਨੇ ਕਿ ਆਪਾਂ ਆਪਣੀ ਜ਼ਿੰਦਗੀ 'ਚ ਆਹ ਬਦਲਾਅ ਕਰਾਂਗੇ। ਕੁਛ ਬਦਲਾਅ ਚੰਗੇ ਲਈ ਹੁੰਦੇ ਨੇ, ਕੁਛ ਲੋਕ ਕਿਸੇ ਨਸ਼ੇ 'ਚ ਹੁੰਦੇ ਨੇ, ਛੱਡਣਾ ਚਾਹੁੰਦੇ ਹੁੰਦੇ ਨੇ, ਸੋਚਦੇ ਨੇ ਨਵੇਂ ਸਾਲ ਨੂੰ ਆਹ ਵੀ ਕੰਮ ਕਰਾਂਗੇ ਤੇ ਨਸ਼ਾ ਛੱਡ ਦੇਵਾਂਗੇ। ਹਰ ਕਿਸੇ ਦਾ, ਕੋਈ ਕਹਿੰਦਾ ਮੈਂ ਨੰਬਰ ਚੰਗੇ ਲੈ ਕੇ ਆਊਂਗਾ ਜਾਂ ਆਊਂਗੀ, ਕੋਈ ਕਹਿੰਦਾ ਕਿ ਬਈ ਮੈਨੂੰ ਇਹ ਆਦਤ ਮਾੜੀ ਹੈ ਮੈਂ ਆਪਣੀ ਇਹ ਆਦਤ ਸੁਧਾਰੂੰਗਾ। ਹਰ ਕਿਸੇ ਦਾ ਕੁਛ ਨਾ ਕੁਛ ਕਿਸੇ ਨੇ ਸੋਚ ਕੇ ਰੱਖਿਆ ਹੁੰਦਾ। ਹਰ ਕੋਈ ਕਹਿੰਦਾ ਕਿ ਵੀ ਮੈਂ ਰੱਬ ਦੇ ਲੜ ਜ਼ਿਆਦਾ ਲੱਗੂੰਗਾ, ਮੈਂ ਰੱਬ ਨੂੰ ਵੀ ਸਾਰੀ ਬੈਠਾ ਆ। ਸੋ ਬਹੁਤ ਕੁਛ ਹੁੰਦਾ। ਸੋ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇੱਥੇ ਕਲਚਰ ਜਿਹੜਾ ਹੈ ਉਹ ਬਿਲਕੁਲ ਪਛੜ ਰਿਹਾ ਹੈਗਾ, ਪੰਜਾਬੀ ਕਲਚਰ ਮਿਸ ਹੁੰਦਾ ਜਾ ਰਿਹਾ। ਸੋ ਅੱਜ ਛੱਤ ਤੇ ਖੜੇ ਆ, ਕੋਠੇ ਤੇ ਖੜੇ ਹੈਗੇ ਆ ਤੇ ਇੱਥੇ ਕੱਪੜੇ ਸੁੱਕਣੇ ਪਾਏ ਜਾ ਰਹੇ ਆ ਤੇ ਪਿੱਛੇ ਜਿਹੜੇ ਨਿਆਣਿਆਂ ਦੀਆਂ ਆਵਾਜ਼ਾਂ, ਜਵਾਕਾਂ ਦੀਆਂ ਆਵਾਜ਼ਾਂ ਤੁਹਾਨੂੰ ਆ ਰਹੀਆਂ, ਇੱਕ ਤਾਂ ਕਰਕੇ ਆ ਰਹੀਆਂ ਕਿ ਇੱਥੇ ਗੁੱਡੀ ਚੜਾਈ ਜਾ ਰਹੀ ਹੈਗੀ ਆ। ਸੋ ਆਈ ਬੋ ਕਾਟਾ ਬੋ ਵਾਲੀ ਜਿਹੜੀ ਪੂਰੀ ਫੀਲਿੰਗ ਆ ਉਹ ਇੱਥੇ ਆ ਰਹੀ ਆ ਤੇ ਅਸਮਾਨ ਦੇ ਉੱਤੇ ਗੁੱਡੀਆਂ ਹੀ ਗੁੱਡੀਆਂ ਹੈਗੀਆਂ ਤੇ ਬੱਚੇ ਖੁਸ਼ ਹੋ ਜਾਂਦੇ ਆ ਜਦੋਂ ਪੇਚਾ ਪੈ ਜਾਂਦਾ ਤੇ ਫਿਰ ਬਾਜ਼ੀ ਜਿਹੜੀ ਆ ਆਪ ਜਿੱਤ ਲਈ ਜਾਂਦੀ ਹੈਗੀ ਆ। ਸੋ ਇਹ ਮੌਸਮ ਹੈਗਾ। ਹੁਣ ਜਦੋਂ ਬਸੰਤ ਤੇ ਵੀ ਗੁੱਡੀ ਚੜ੍ਹਨੀ ਹੈਗੀ ਆ ਤੇ ਮੈਂ ਵੀ ਨਿੱਕੀ ਹੁੰਦੀ ਸੀ, ਤੁਹਾਨੂੰ ਦੱਸਦੀ ਹਾਂ ਕਿ ਜਦੋਂ ਭਾਵੇਂ ਕੁੜੀ ਹੋਣ ਦੇ ਨਾਤੇ ਕਹਿੰਦੇ ਵੀ ਕੁੜੀਆਂ ਨੇ ਨਹੀਂ ਉਡਾਉਂਦੀਆਂ ਹੁੰਦੀਆਂ ਗੁੱਡੀਆਂ, ਪਰ ਇੱਦਾਂ ਦੀ ਮੈਂ ਕੋਈ ਵੀ ਜਿਹੜੀ ਆ ਰੀਝ ਛੱਡੀ ਨਹੀਂ ਹੈਗੀ, ਪੂਰੀ ਕੀਤੀ ਹੈਗੀ ਆ। ਤੇ 8ਵੀਂ ਤੱਕ ਮੇਰੀਆਂ ਉਂਗਲਾਂ ਦੇ ਉੱਤੇ ਮੁੰਡਿਆਂ ਵਾਂਗ ਚੀਰੇ ਹੁੰਦੇ ਸੀ, ਵੀ ਜਿਵੇਂ ਮੁੰਡੇ ਗੁੱਡੀਆਂ ਉਡਾਉਂਦੇ ਹੁੰਦੇ ਤੇ ਚੀਰੇ ਨਹੀਂ ਹੋ ਜਾਂਦੇ, ਉਹਨਾਂ ਦੇ ਚੀਰੇ ਹੁੰਦੇ ਸੀ। ਤੇ ਮੇਰੀ ਮੰਮੀ ਨੇ ਮੈਨੂੰ ਲੈ ਕੇ ਆਉਣਾ, ਤੇਰੇ ਨਾਲ ਕਿਸੇ ਨੇ ਵਿਆਹ ਨਹੀਂ ਕਰਨਾ, ਤੇਰੇ ਹੱਥ ਮੁੰਡਿਆਂ ਵਾਲੇ ਹੋ ਗਏ ਆ, ਵੀ ਹੱਥਾਂ ਦੇ ਤੇਰੇ ਚੀਰੇ ਆ। ਪਰ ਗੱਲ ਇਹ ਆ ਕਿ ਵੀ ਮੈਨੂੰ ਗੁੱਡੀ ਮਤਲਬ ਗੁੱਡੀ ਉਡਾਉਣੀ, ਗੁੱਡੀ ਚੜਾਉਣੀ, ਸਾਡੇ ਇੱਥੇ ਗੁੱਡੀ ਕਹਿੰਦੇ ਆ ਨਾ ਪਤੰਗ ਨੂੰ, ਤੇ ਆਪਾਂ ਤੇ ਛੱਡੀ ਦੀ ਨਹੀਂ ਸੀ ਹੁੰਦੀ। ਸਵੇਰੇ ਚੜੀਦਾ ਸੀ ਛੱਤ ਤੇ ਆਪਾਂ ਉਤਰੀਦਾ ਸੀ ਸ਼ਾਮੀ ਹਨੇਰਾ ਪੈਂਦਿਆਂ, ਤੇ ਉਹ ਵੀ ਮੰਮੀ ਦੀ ਉਹ ਡਾਂਟ ਪੈਣੀ, ਉਹ ਡਾਂਟ ਪੈਣੀ। ਸੋ ਅੱਜ ਦਾ ਉਹ ਵਾਲਾ ਮਾਹੌਲ ਜਿਹੜਾ ਹੈ ਇੱਥੇ ਰਿਵਾਈਵ ਕੀਤਾ ਹੋਇਆ ਪੂਰਾ। ਈਅਰ ਐਂਡਰ ਹੈਗਾ ਤੇ ਈਅਰ ਐਂਡਰ ਦੇ ਵਿੱਚ ਕਿਹੜੀਆਂ ਕਿਹੜੀਆਂ ਵੱਡੀਆਂ ਚੀਜ਼ਾਂ ਹੋਈਆਂ ਪੰਜਾਬ ਦੇ ਵਿੱਚ ਉਹ ਅਸੀਂ ਜ਼ਰੂਰ ਦੱਸ ਰਹੇ ਹੈਗੇ ਆ। ਉਸ 'ਤੇ ਡਿਸਕਸ ਜਿਹੜਾ ਹੈ ਜ਼ਰੂਰ ਕਰ ਰਹੇ ਹੈਗੇ ਆ, ਕਿਉਂਕਿ ਅਸੀਂ ਅਕਸਰ ਇਹ ਮਹਿਸੂਸ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈਗਾ ਉਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਤੇ ਉਸ ਦੀਆਂ ਪਰਤਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ। ਕਿਉਂਕਿ ਅਸੀਂ ਜੇ ਸਿੱਧੂ ਮੂਸੇਵਾਲੇ ਦੇ ਕੇਸ ਦੀ ਗੱਲ ਕਰੀਏ, ਜੋ ਸੋਚਿਆ ਸੀ ਉਸ ਤੋਂ ਕਿਤੇ ਜ਼ਿਆਦਾ ਉਹ ਕੇਸ ਨਿਕਲਿਆ ਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਸ 'ਤੇ ਕਿ ਅੱਜ ਅਸੀਂ ਡਿਸਕਸ ਕਰਾਂਗੇ। ਹੁਣ 2022 ਦੀਆਂ ਵੱਡੀਆਂ ਘਟਨਾਵਾਂ, ਉਸ 'ਤੇ ਸ਼ੁਰੂਆਤ ਕਰਦੇ ਹਾਂ ਕਿ ਕਿਹੜੀ ਕਿਹੜੀ ਘਟਨਾ 'ਤੇ ਅਸੀਂ ਮੁੱਖ ਤੌਰ 'ਤੇ ਅੱਜ ਲਵਾਂਗੇ। ਸਿੱਧੂ ਮੂਸੇਵਾਲਾ ਦਾ ਜ਼ਿਕਰ ਮੈਂ ਕਰ ਚੁੱਕੀ ਹਾਂ। ਸਿੱਧੂ ਮੂਸੇਵਾਲੇ ਦਾ ਜ਼ਿਕਰ ਜਿਹੜਾ ਹੈ ਉਹ ਹੁੰਦਾ ਰਹੇਗਾ, ਆਉਣ ਵਾਲੇ ਬਹੁਤ ਵਕਤ ਤੱਕ ਹੁੰਦਾ ਰਹੇਗਾ। ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2022 ਦੇ ਵਿੱਚ, ਯਾਨੀ ਝਾੜੂ ਦਾ ਮੈਜਿਕ ਜਿਹੜਾ ਹੈ, ਝਾੜੂ ਦਾ ਜਾਦੂ ਚੱਲਿਆ। ਉਸ ਬਾਰੇ ਗੱਲ ਕਰਨੀ ਹੈ, ਕਿਹਦੀ ਕਿੰਨੀ ਕੰਟਰੀਬਿਊਸ਼ਨ ਰਹੀ, ਕੀ ਮਾਹੌਲ ਸੀ ਉਸ ਵਕਤ, ਕਿਉਂਕਿ ਚੋਣਾਂ ਦਾ ਮਾਹੌਲ ਸੀ ਤੇ ਯਕੀਨ ਮੰਨੋ ਕਿ ਜਿਹੜੇ ਵਿਦੇਸ਼ਾਂ 'ਚ ਵੀ ਲੋਕ ਬੈਠੇ ਸੀ ਤੇ ਉਹਨਾਂ ਦੀ ਚਾਹ ਦੀ ਚਰਚਾ ਵੀ ਇਸੇ ਤੇ ਹੁੰਦੀ ਸੀ ਵੀ ਕਿਹੜਾ ਇਸ ਵਾਰੀ ਬਾਜ਼ੀ ਜਿਹੜੀ ਆ ਉਹ ਮਾਰੂ। ਕਿਉਂਕਿ ਆਮ ਆਦਮੀ ਪਾਰਟੀ ਦਾ ਪਿਛਲੀ ਵਾਰੀ ਵੀ ਲੱਗਦਾ ਸੀ ਪਰ ਪਿੱਛੇ ਰਹਿ ਗਈ ਸੀ, ਵੀ ਨਹੀਂ ਆ ਸਕੀ ਸੀ। ਫਿਰ ਉਸ ਤੋਂ ਬਾਅਦ ਜਿਹੜੇ ਦਿੱਗਜ ਇਸ ਵਾਰੀ, ਜਿਹੜੇ ਵੱਡੇ ਵੱਡੇ ਦਿੱਗਜ ਇਸ ਵਾਰੀ ਜਦੋਂ ਹਾਰੇ ਨੇ ਤਾਂ ਸਿਆਸਤਾਂ ਜਿਹੜੀਆਂ ਨੇ ਪਲਟੀਆਂ ਨੇ। ਲੋਕਾਂ ਨੇ ਦਿਖਾਇਆ ਹੈ, ਲੋਕਾਂ ਨੇ ਇਹ ਚੀਜ਼ ਦੱਸੀ ਹੈ ਕਿ ਤੁਸੀਂ ਜਿਹੜਾ ਆਪਣੇ ਆਪ ਨੂੰ ਸਮਝਦੇ ਹੋ, ਤੁਹਾਨੂੰ ਲੋਕ ਰੈਲੀਆਂ ਦੇ ਵਿੱਚ, ਤੁਹਾਨੂੰ ਲੋਕ ਸਟੇਜਾਂ ਦੇ ਉੱਤੇ ਸੁਣਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੁਣਦੇ ਨੇ, ਤੇ ਇਹਦਾ ਮਤਲਬ ਇਹ ਨਹੀਂ ਕਿ ਜੋ ਤੁਹਾਨੂੰ ਸੁਣ ਰਹੇ ਨੇ ਤੇ ਵੋਟ ਜਿਹੜੀ ਆ ਉਹ ਤੁਹਾਨੂੰ ਹੀ ਪਾਉਣਗੇ, ਇਸ ਦਾ ਇਹ ਬਿਲਕੁਲ ਮਤਲਬ ਨਹੀਂ। ਸੋ ਲੋਕਾਂ ਨੇ ਬਹੁਤ ਸਾਰੇ ਲੋਕਾਂ ਦੇ ਭੁਲੇਖੇ ਜਿਹੜੇ ਆ ਉਹ ਕੱਢੇ ਹੈਗੇ ਆ। ਸੋ ਨਾਲ ਦੇ ਨਾਲ ਤੁਹਾਨੂੰ ਯਾਦ ਹੋਏਗਾ ਕਿ ਇੱਕ ਇਸ 'ਤੇ ਵੀ ਡਿਸਕਸ ਕਰਨਾ ਹੈਗਾ, ਜਦੋਂ ਕਿਹਾ ਗਿਆ ਸੀਗਾ ਕਿ PM ਦੀ ਸੁਰੱਖਿਆ ਦੇ ਵਿੱਚ ਚੂਕ ਹੋਈ ਹੈਗੀ ਆ ਤੇ ਇਹ ਮਹਿਣਾ ਜਿਹੜਾ ਹੈ PM ਸਾਹਿਬ ਪੰਜਾਬ ਨੂੰ ਮਾਰ ਕੇ ਗਏ ਸੀ। ਇਹ PM ਸਾਹਿਬ ਜਦੋਂ ਪੰਜਾਬ ਨੂੰ ਮਹਿਣਾ ਮਾਰ ਕੇ ਗਏ ਸੀ ਤੇ ਬਹੁਤ ਸਾਰੇ ਲੋਕਾਂ ਦੇ ਦਿਲ ਤੇ ਲੱਗੀ ਸੀ, ਜਦੋਂ ਕਾਫਲਾ ਜਿਹੜਾ ਹੈ ਉਸ ਨੂੰ ਰੁਕਣਾ ਪਿਆ ਸੀ, 15 ਤੋਂ 20 ਮਿੰਟ ਜਿਹੜਾ ਹੈ ਇੰਤਜ਼ਾਰ ਕਰਨਾ ਪਿਆ ਸੀ। ਇਸ 'ਤੇ ਵੀ ਡਿਸਕਸ਼ਨ ਜਿਹੜੀ ਕਰਨੀ ਬਣਦੀ ਹੈਗੀ ਆ।
ਉਸ ਤੋਂ ਇਲਾਵਾ ਜਦੋਂ ਸਿੱਧੂ ਮੂਸੇਵਾਲੇ ਦੀ ਗੱਲ ਦੇ ਨਾਲ ਸਭ ਤੋਂ ਮਤਲਬ ਇਹ ਲੱਗਦਾ ਹੈਗਾ ਕਿ ਇਹ ਜੇ ਸਾਲ ਵਿੱਚ ਨਾ ਹੁੰਦੀ ਤੇ ਸ਼ਾਇਦ ਬਹੁਤ ਕੁਝ ਜਿਹੜਾ ਹੈ ਉਹ ਸੁਖਾਲਾ ਵੀ ਅਸੀਂ ਦੱਸਦੇ, ਪਰ ਇਸ ਨਾਲ ਜੁੜੀਆਂ ਹੀ ਬਹੁਤ ਸਾਰੀਆਂ ਖਬਰਾਂ ਹੈਗੀਆਂ। ਗੋਲਡੀ ਬਰਾੜ ਬਾਰੇ ਹੈਗਾ, ਫਿਰ ਗੁਰੂ ਆਪਣੇ ਉਹ ਫਸ ਜਾਂਦੇ ਹੈਗੇ ਨੇ ਬਈ ਹੁਣ ਇੰਨੇ ਸਾਲ ਪੁਰਾਣੇ ਜਿਹੜੇ ਰੋਡ ਰੇਜ ਮਾਮਲੇ ਦੇ ਵਿੱਚ ਗੁਰੂ ਫਸ ਜਾਂਦੇ ਹੈਗੇ ਨੇ। ਹੁਣ ਤੇ ਖੈਰ ਬਾਹਰ ਆਉਣ ਦਾ ਸਮਾਂ ਵੀ ਉਹਨਾਂ ਦੇ ਨੇੜੇ ਆ ਗਿਆ ਹੈਗਾ, ਪਰ ਜਦੋਂ ਫਸੇ ਨੇ ਤੇ ਉਹ ਵੀ 2022 ਦੇ ਵਿੱਚ ਹੀ ਫਸੇ ਨੇ। ਫਿਰ ਇਸ ਤੇ ਵੀ ਡਿਸਕਸ ਕਰਨਾ ਹੈਗਾ ਜਦੋਂ ਦੋ ਆਰਪੀਜੀ ਅਟੈਕਸ ਦੇ ਨਾਲ ਪੂਰਾ ਪੰਜਾਬ ਜਿਹੜਾ ਹੈ ਉਹ ਦਹਿਲ ਗਿਆ ਸੀ, ਪੂਰੇ ਦੇਸ਼ ਦੇ ਵਿੱਚ ਇਸ ਨਾਲ ਖਤਰਾ ਬਣ ਗਿਆ ਸੀ। ਸੋ ਇਨਪੁਟਸ ਅਜੇ ਵੀ ਆ ਰਹੀਆਂ ਨੇ, ਪੁਲਿਸ ਨੂੰ ਖਤਰਾ ਬਣਿਆ ਹੋਇਆ ਹੈ, ਜਿਹੜੇ ਬਿਲਡਿੰਗਸ ਨਾਲ ਲੱਗਦੀਆਂ ਨੇ ਹਾਈਵੇ ਦੇ, ਭਾਵੇਂ ਪੁਲਿਸ ਸਟੇਸ਼ਨ ਹੈ ਜਾਂ ਕੁਝ ਹੋਰ ਹੈ, ਖਤਰਾ ਜਿਹੜਾ ਹੈ ਉੱਥੇ ਵੀ ਬਣਿਆ ਹੋਇਆ ਹੈਗਾ। ਇਸ ਤੇ ਵੀ ਡਿਸਕਸ ਕਰਨਾ ਹੈਗਾ। ਸੋ ਜਦੋਂ ਸੂਰੀ ਦਾ ਕਤਲ ਹੋ ਗਿਆ ਸੀ, ਧਰਨੇ ਤੇ ਬੈਠਿਆ ਸੂਰੀ ਦਾ ਕਤਲ ਹੋ ਗਿਆ ਸੀ, ਇਹ ਵੀ ਹੈਡਲਾਈਨ ਦਾ ਵਿਸ਼ਾ ਬਣਿਆ 2022 ਦੇ ਵਿੱਚ। ਚਰਚਾ ਇਸ ਤੇ ਵੀ ਹੋਏਗੀ ਜੀ, ਫਰੀਦਕੋਟ ਵਿੱਚ ਡੇਰਾ ਪ੍ਰੇਮੀ ਦੀ ਹੱਤਿਆ ਹੁੰਦੀ ਆ, ਚਰਚਾ ਇਸ ਤੇ ਵੀ ਹੋਣੀ ਹੈ। ਸੋ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਸਭ ਨੂੰ ਚਮਕਾਇਆ, ਇਹ ਮੈਂ ਜ਼ਿਕਰ ਕਰ ਚੁੱਕੀ ਹਾਂ ਕਿ ਇਸੇ ਤੇ ਆਪਾਂ ਗੱਲ ਜਿਹੜੀ ਹੈ ਉਹ ਕਰਨੀ ਹੈ। ਤੇ ਪਹਿਲੀ ਵਾਰ ਰਾਜ ਭਵਨ ਤੋਂ ਬਾਹਰ ਨਵੀਂ ਸਰਕਾਰ ਦੀ ਜਿਹੜੀ ਸਹੁੰ ਚੁੱਕ ਸਮਾਗਮ ਹੁੰਦਾ ਹੈਗਾ ਰਾਜ ਭਵਨ ਤੋਂ ਬਾਹਰ। ਸੋ ਭਗਤ ਸਿੰਘ ਦੇ ਪਿੰਡ ਵਿੱਚ ਆਪ ਨੇ ਜਿਹੜੀ ਹੈ ਉਹ ਸਹੁੰ ਚੁੱਕੀ ਸੀ। ਸੋ ਇਹ ਵੀ ਬਹੁਤ ਕੁਝ ਨਵਾਂ ਰਿਹਾ, ਜਿਹੜੀਆਂ ਹਾਈਲਾਈਟਸ ਹੈਗੀਆਂ ਨੇ ਉਹ ਤੁਹਾਨੂੰ ਦੱਸ ਰਹੀ ਹੈਗੀਆਂ ਤੇ ਬਾਅਦ ਚ ਇਸ ਤੇ ਡਿਸਕਸ਼ਨ ਜਿਹੜੀ ਹੈ ਉਹ ਆਪਾਂ ਕਰਨੀ ਹੈਗੀ ਆ। ਸੋ ਪੰਜਾਬ ਵਿੱਚ MLA 1 ਪੈਨਸ਼ਨ ਜਿਹੜੀ ਹੈ ਉਹ ਲਾਗੂ ਹੋ ਜਾਂਦੀ ਹੈ, ਜਿਹੜੀ ਕਿ ਇਹ ਗੱਲ ਬੜੀ ਦੇਰ ਤੋਂ ਚੱਲੀ ਆ ਰਹੀ ਸੀ, ਉਸ ਤੋਂ ਬਾਅਦ ਇਹ ਵੀ ਲਾਗੂ ਹੋ ਜਾਂਦੀ ਹੈ। ਚਰਚਾ ਇਸ ਤੇ ਵੀ ਕਰਾਂਗੇ। ਸੋ CM ਬਣਨ ਦੇ ਬਾਅਦ ਵਿਆਹ ਦੇ ਰੰਗ ਵਿੱਚ ਰੰਗੇ CM ਭਗਵੰਤ ਮਾਨ। ਵਿਆਹ ਹੁੰਦਾ ਹੈ ਸਾਡੇ CM ਦਾ, ਇਸ ਤੇ ਵੀ ਗੱਲ ਤਾਂ ਕਰਨੀ ਬਣਦੀ ਹੈਗੀ ਹੈ। ਹਾਈਲਾਈਟ ਇਹ ਵੀ ਰਹੀ ਆ 2022 ਦੀ। ਸੋ ਹੁਣ ਆਪ ਆਪਣੇ ਹੀ ਗੜ ਵਿੱਚ ਜਿਹੜੀ ਉਪ ਚੋਣ ਹੈ ਉਹ ਹਾਰ ਜਾਂਦੀ ਹੈਗੀ ਆ। ਹੁਣ ਇਸ ਦਰਮਿਆਨ ਤੁਹਾਡੀ ਅੱਖਾਂ ਦੇ ਸਾਹਮਣੇ ਸਿਮਰਜੀਤ ਸਿੰਘ ਮਾਨ ਦਾ ਚਿਹਰਾ ਜਿਹੜਾ ਹੈ ਆ ਜਾਂਦਾ ਆ। ਇਹ ਵੀ ਜਿਹੜੇ ਰਿਜ਼ਲਟ ਸੀਗੇ ਸ਼ੌਕਿੰਗ ਸੀਗੇ, ਪਰ ਦੀਪ ਸਿੱਧੂ ਦੇ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਕਿ ਲਾਹਾ ਮਿਲਿਆ ਮਾਨ ਸਾਹਿਬ ਨੂੰ, ਯਾਨੀ ਸਿਮਰਜੀਤ ਸਿੰਘ ਮਾਨ ਨੂੰ ਇਸ ਚੀਜ਼ ਦਾ ਲਾਹਾ ਮਿਲਿਆ। ਚਲੋ ਕਾਰਨ ਕੋਈ ਵੀ ਹੋਵੇ, ਜਿਹੜਾ ਜੇਤੂ ਹੁੰਦਾ ਉਹ ਜੇਤੂ ਹੀ ਹੁੰਦਾ ਹੈਗਾ। ਇਹ ਜਿਹੜੀ ਗੱਲ ਹੈ ਇਹ ਇਸ ਤੇ ਵੀ ਡਿਸਕਸ਼ਨ ਜਿਹੜੀ ਹੈ ਉਹ, ਕਿਉਂਕਿ ਰਾਜਨੀਤੀ ਵਿੱਚ, ਸਿਆਸਤ ਦੇ ਵਿੱਚ ਸਾਲ 2022 ਦੇ ਵਿੱਚ ਜਿਹੜੀ ਉਥਲ ਪੁਥਲ ਹੋਈ ਆ ਉਹ ਬੜੀ ਜ਼ਬਰਦਸਤ ਉਥਲ ਪੁਥਲ ਹੋਈ ਹੈ। ਤੇ ਜਦੋਂ ਇਸ ਉਥਲ ਪੁਥਲ ਦੀ ਅਸੀਂ ਗੱਲ ਕਰਦੇ ਹਾਂ ਤੇ ਅੱਖਾਂ ਜਿਹੜੀਆਂ ਨੇ ਉਹ ਇੱਕਦਮ ਖੁੱਲੀਆਂ ਦੀ ਖੁੱਲੀਆਂ ਰਹਿ ਜਾਂਦੀਆਂ ਨੇ। ਹਾਲਾਂਕਿ ਧੁੱਪ ਹੈ, ਮੇਰੀ ਅੱਖਾਂ ਘੱਟ ਖੁੱਲ ਰਹੀਆਂ, ਪਰ ਜਦੋਂ ਇਹ ਵਾਲੀ ਗੱਲ ਕਰਦੇ ਹਾਂ ਤੇ ਜਿਹੜੀਆਂ ਅੱਖਾਂ ਨੇ ਖੁੱਲ ਜਾਂਦੀਆਂ ਨੇ। ਸੋ ਜਿਹੜੇ ਹਾਰੇ ਨੇ ਦਿੱਗਜ, ਉਹਨਾਂ ਬਾਰੇ ਗੱਲ ਹੋਏਗੀ। ਜਦੋਂ ਹੱਥ ਦਾ ਸਾਥ ਛੱਡ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਤੇ ਕਮਲ ਦਾ ਸਾਥ ਜਿਹੜਾ ਹੈ ਉਹ ਲੈ ਲਿਆ, ਇਹ ਵੀ ਬੜੀ ਵੱਡੀ ਹੈਪਨਿੰਗ ਸੀ ਜਦੋਂ ਇਹਨਾਂ ਦਿੱਗਜ ਚਲਾ ਜਾਏ। ਸੋ ਸਿਹਤ ਮੰਤਰੀ ਤੇ ਆਪ ਸਰਕਾਰ ਦਾ ਜਿਹੜਾ ਹੈ ਉਹ ਐਕਸ਼ਨ ਹੁੰਦਾ ਹੈ। ਸੋ ਇਸ ਤੇ ਇਹ ਵੀ ਇੱਕ ਵੱਡੀ ਸੀ। ਸੋ ਆਪ ਦੀ ਰਡਾਰ ਤੇ ਕਾਂਗਰਸ ਦੇ ਸਾਬਕਾ ਮੰਤਰੀ ਹੈਗੇ ਨੇ, ਅਜੇ ਕੱਲ ਵੀ ਤੁਹਾਨੂੰ ਖਬਰ ਦੱਸੀ ਸੀਗੀ ਚੰਨੀ ਸਾਹਿਬ ਵਾਲੀ, ਕੱਲ ਤੁਹਾਨੂੰ ਖਬਰ ਦੱਸੀ ਸੀ, ਉਹ ਖਬਰ ਵੀ ਅਸੀਂ ਮੁਕੰਮਲ ਕਰ ਲੈਂਦੇ ਹਾਂ, ਕਿਉਂਕਿ ਅਸੀਂ ਅਕਸਰ ਇਹ ਗੱਲ ਕਰਦੇ ਹੁੰਦੇ ਹਾਂ ਕਿ ਖਬਰ ਕੋਈ ਅਧੂਰੀ ਨਹੀਂ ਛੱਡਣੀ ਚਾਹੀਦੀ। ਹਾਲਾਂਕਿ ਆਪਾਂ ਈਅਰ ਐਂਡਰ ਦੱਸ ਰਹੇ ਹਾਂ, ਪਰ ਜਿਹੜਾ ਅਸੀਂ ਕੱਲ ਇਹ ਗੱਲ ਕਹਿ ਰਹੇ ਸੀਗੇ ਕਿ ਜਿਹੜੇ ਚੰਨੀ ਸਾਹਿਬ ਨੇ ਉਹਨਾਂ ਤੇ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਸਰਕਾਰੀ ਫੰਡ ਇਸਤੇਮਾਲ ਕਰਨ ਦਾ ਇਲਜ਼ਾਮ ਲੱਗਾ ਹੈ, ਉਸ ਤੇ ਚੰਨੀ ਸਾਹਿਬ ਦਾ ਰਿਐਕਸ਼ਨ ਆਇਆ। ਇਹ ਤੁਹਾਨੂੰ ਮੈਂ ਜ਼ਰੂਰ ਦੱਸ ਦਿੰਦੀ ਹਾਂ ਕਿ ਰਿਐਕਸ਼ਨ ਜਿਹੜਾ ਹੈ ਉਹ ਕੀ ਆਇਆ ਹੈਗਾ। ਹੁਣ ਇਹ ਕਹਿੰਦੇ ਨੇ ਕਿ ਇਹ ਸਾਰੇ ਇਲਜ਼ਾਮ ਗਲਤ ਨੇ। ਚੰਨੀ ਸਾਹਿਬ ਕਹਿ ਰਹੇ ਨੇ, ਸਾਬਕਾ CM ਕਹਿ ਰਹੇ ਨੇ ਕਿ ਸਾਰੇ ਇਲਜ਼ਾਮ ਗਲਤ ਨੇ। ਨਾ ਮੈਂ ਕਦੀ ਮੀਟ ਖਾਦਾ ਆ, ਨਾ ਮੈਂ ਕਦੀ ਸ਼ਰਾਬ ਪੀਤੀ ਆ, ਮੈਨੂੰ ਜੇਲ੍ਹ 'ਚ ਪਾਉਣ ਦੀ ਬਸ ਸਾਜ਼ਿਸ਼ ਹੈਗੀ ਆ। ਇਹ ਚੰਨੀ ਸਾਹਿਬ ਜਿਹੜੇ ਆ ਉਹ ਕਹਿ ਰਹੇ ਹੈਗੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨੂੰ ਜੇਲ੍ਹ ਵਿੱਚ ਪਾਉਣਾ ਚਾਹੁੰਦੀ ਹੈ ਤੇ ਇਸੇ ਦਰਮਿਆਨ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਕਿ ਬਦਨਾਮੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੰਨੀ ਸਾਹਿਬ ਦੇ ਪੇਟੇ ਪਾ ਦਿੱਤੀ ਜਾਏ। ਸੋ 3 ਮਹੀਨੇ ਤੱਕ ਕਹਿੰਦੇ CM ਬਣਾਇਆ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈਗਾ ਕਿ ਪਤਾ ਨਹੀਂ 3 ਮਹੀਨੇ 'ਚ ਚੰਨੀ ਕੀ ਕੁਝ ਕਰ ਗਿਆ। ਕਹਿੰਦੇ ਅਜਿਹੀ ਕੋਈ ਵੀ ਗੱਲ ਨਹੀਂ ਹੈਗੀ, ਇਹ ਸਾਰੇ ਇਲਜ਼ਾਮ ਜਿਹੜੇ ਨੇ ਗਲਤ ਨੇ। ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 2.25 ਕਰੋੜ ਦਾ ਜਿਹੜਾ ਮਾਮਲਾ ਹੈਗਾ ਕਿ ਕਿਹਾ ਕਿ ਜਿਹੜਾ ਇੱਥੇ ਦਾਸਤਾਨੇ ਸ਼ਹਾਦਤ ਸਮਾਗਮ ਦੇ ਵਿੱਚ ਜਿਹੜਾ ਪੈਸਾ ਸੀਗਾ, ਜਿਹੜਾ ਉਸਦਾ ਪੈਸਾ ਸੀ, ਉਹ ਜਿਹੜਾ ਪੈਸਾ ਹੈ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਜਿਹੜਾ ਚੰਨੀ ਸਾਹਿਬ ਨੇ ਲਾਇਆ ਹੈਗਾ, ਇਹ ਗੱਲ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈਗੀ ਸੀ। ਸੋ ਵਿਜੀਲੈਂਸ ਜਿਹੜੀ ਹੈ ਉਸ ਦੀ ਰਡਾਰ ਤੇ ਆਏ ਹੋਏ ਨੇ। ਸੋ ਬਹੁਤ ਸਾਰੇ ਜਿਹੜੇ ਅਜਿਹੇ ਲੋਕ ਹੈਗੇ ਨੇ, ਬਹੁਤ ਸਾਰੇ ਅਜਿਹੇ ਮੰਤਰੀ ਹੈਗੇ ਆ ਜਿਹੜੇ ਕਿ ਵਿਜੀਲੈਂਸ ਦੀ ਰਡਾਰ ਤੇ ਅਜੇ ਵੀ ਹੈਗੇ ਆ। ਬਹੁਤ ਸਾਰੇ ਲੋਕ ਵਿਜੀਲੈਂਸ ਦੀ ਰਡਾਰ ਤੇ ਹੈਗੇ ਆ। ਸੋ ਅਜਿਹੇ ਵਿੱਚ ਖਬਰਾਂ ਜਿਹੜੀਆਂ ਨੇ ਉਹ ਹੋਰ ਬਹੁਤ ਸਾਰੀਆਂ ਨੇ। ਸਰਕਾਰ ਬਣਦਿਆਂ ਹੀ ਆਮ ਆਦਮੀ ਪਾਰਟੀ ਨੇ ਕਿਹੜੇ ਨਵੇਂ ਫੈਸਲੇ ਕੀਤੇ ਨੇ,
ਕਿਹੜੇ ਨਵੇਂ ਫੈਸਲੇ ਕੀਤੇ ਨੇ, ਇੱਕੋ ਦਮ ਆਉਂਦਿਆਂ ਹੀ ਇੱਕ ਵੱਡੇ ਫੈਸਲੇ ਕੀਤੇ, ਉਸ 'ਤੇ ਵੀ ਨਜ਼ਰ ਦੌੜਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਇੱਕ ਰਿਪੋਰਟ ਕਾਰਡ ਤਰੀਕੇ ਨਾਲ ਹੀ ਹੁੰਦਾ। ਰਿਪੋਰਟ ਕਾਰਡ ਦੇ ਤਰੀਕੇ ਨਾਲ ਹੀ ਇਹ ਖਬਰਾਂ ਜਿਹੜੀਆਂ ਨੇ ਤੁਹਾਨੂੰ ਦੱਸਾਂਗੇ। ਸੋ ਅਜਿਹੇ ਵਿੱਚ ਜਦੋਂ ਇਹ ਸਾਰੀਆਂ ਖਬਰਾਂ ਅਸੀਂ ਦੱਸ ਰਹੇ ਹੈਗੇ ਆ, ਸਾਬਕਾ ਮੰਤਰੀਆਂ ਦੇ ਰਿਟਾਇਰ ਦੀ ਹੋਣ ਦੀ ਗੱਲ ਕਰ ਰਹੇ ਹਾਂ, ਤੇ ਸੀਐਮ ਤੇ ਗਵਰਨਰ ਵਿਵਾਦ ਜਿਹੜਾ ਹੈ ਉਹ ਬਥੇਰਾ ਸੁਰਖੀਆਂ ਦੇ ਵਿੱਚ ਰਿਹਾ ਹੈਗਾ। ਉਹਨਾਂ ਦੀਆਂ ਹੈਡਲਾਈਨਸ ਰਹੀਆਂ ਹੈਗੀਆਂ। ਪਿੱਛੋਂ ਦੇਖੋ ਵੈਂਡਰਸ ਆ ਗਏ ਨੇ ਰੇੜੀਆਂ ਤੇ ਜਿਹੜੀਆਂ ਸਬਜ਼ੀਆਂ ਵੇਚਦੇ ਹੈਗੇ ਆ, ਤੁਹਾਡੇ ਸਾਰੀਆਂ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਕਰਾ ਦੇਣੀਆਂ ਹੈਗੀਆਂ। ਸੋ ਇੱਥੇ ਜਿਹੜੀਆਂ 12 ਸੀਟਾਂ ਜਿੱਤ ਕੇ ਬੀਜੇਪੀ ਆਪਣਾ ਮੇਅਰ ਬਣਾ ਜਾਂਦੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ, ਇਹ ਵੀ ਜਿਹੜੀ ਖਬਰ ਹੈ ਇਹ ਵੀ ਹੈਗੀ ਆ। ਸੋ ਕੁਛ ਇੱਕ ਲਾਈਟ ਖਬਰਾਂ ਵੀ ਹੈਗੀਆਂ, ਜਦੋਂ ਚੰਡੀਗੜ੍ਹ ਦੇ ਵਿੱਚ 에ਅਰ ਫੋਰਸ ਸ਼ੋਅ ਦੇਖਣ ਲਈ ਜਿਹੜੇ ਰਾਸ਼ਟਰਪਤੀ ਨੇ ਆਪਣੇ ਦ੍ਰੋਪਦੀ ਮੁਰਮੂ ਉਹ ਪਹੁੰਚਦੇ ਹੈਗੇ ਨੇ। ਉਹ ਤਸਵੀਰਾਂ ਬੜੀਆਂ ਸੋਹਣੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਹੈਗੀਆਂ। ਕਾਮਨਵੈਲਥ 2022 ਵਿੱਚ ਪੰਜਾਬ ਦੇ 19 ਖਿਡਾਰੀਆਂ ਨੇ ਜਿਹੜੇ ਨੇ ਉਹ ਮੈਡਲ ਝਟਕੇ ਨੇ। ਕੁਝ ਪੋਜ਼ਿਟਿਵ ਖਬਰਾਂ ਵੀ ਹੈਗੀਆਂ ਨੇ। ਸੋ ਅਜਿਹੇ ਵਿੱਚ ਇਹ ਪੂਰਾ ਦਾ ਪੂਰਾ ਸਾਲ ਰਿਹਾ ਉਥਲ ਪੁਥਲ ਵਾਲਾ ਸਾਲ ਰਿਹਾ। ਚੰਗੀਆਂ ਖਬਰਾਂ ਘੱਟ ਰਹੀਆਂ, ਮਾੜੀਆਂ ਖਬਰਾਂ ਜ਼ਿਆਦਾ ਰਹੀਆਂ, ਪਰ ਅਗਲਾ ਸਾਲ ਜਿਹੜਾ ਹੈ ਉਹ ਵਧੀਆ ਨਿਕਲੇ, ਇਹੀ ਸਾਡੀ ਕੋਸ਼ਿਸ਼ ਹੈਗੀ ਆ। ਬਾਕੀ ਇੰਨੀ ਗੱਲ ਜ਼ਰੂਰ ਆ ਕਿ ਆਪਣੇ ਵੱਲੋਂ ਕੋਸ਼ਿਸ਼ ਹੈ ਕਿ ਦ ਬੈਨੀਪਾਲ ਸ਼ੋ ਹੈ ਉਸ ਦੇ ਵਿੱਚ ਇਸ ਸਾਲ ਵੀ ਖਬਰਾਂ ਜਿਹੜੀਆਂ ਨੇ ਆਉਂਦੀਆਂ ਰਹਿਣਗੀਆਂ, ਤੇ ਖਬਰਾਂ ਉਸੇ ਤਰੀਕੇ ਨਾਲ ਆਉਣਗੀਆਂ, ਅਨਫਿਲਟਰਡ ਆਉਣਗੀਆਂ। ਕਿਸੇ ਵੀ ਤਰੀਕੇ ਦੇ ਨਾਲ ਕੋਈ ਸਿਫਾਰਸ਼ੀ ਖਬਰ ਨਹੀਂ ਹੋਏਗੀ ਜਾਂ ਕਿਸੇ ਨੂੰ ਖੁਸ਼ ਕਰਨ ਲਈ ਖਬਰ ਨਹੀਂ ਹੋਏਗੀ। ਸਰਕਾਰ ਦੇ ਹਿੱਤ 'ਚ ਜਾਂ ਸਰਕਾਰ ਦੇ ਖਿਲਾਫ ਜਿਹੜੀ ਵੀ ਖਬਰ ਹੋਏਗੀ ਉਹ ਜ਼ਰੂਰ ਦੱਸੀ ਜਾਏਗੀ, ਕਿਉਂਕਿ ਅਸੀਂ ਸੱਚ ਦੇ ਨਾਲ ਚੱਲਦੇ ਹੈਗੇ ਆ ਤੇ ਕੋਈ ਵੀ ਕੈਲੰਡਰ ਬਦਲ ਨਹੀਂ ਸਕਦਾ ਇਸ ਸੱਚ ਨੂੰ। ਤੇ ਬਾਕੀ ਦ ਬੈਨੀਪਾਲ ਸ਼ੋਅ ਦੇ ਵਿੱਚ ਜਦੋਂ ਬੈਨੀਪਾਲ ਸਾਹਿਬ ਆਪ ਮੁੜ ਆਉਣਾ ਹੈਗਾ, ਉਹਨਾਂ ਨੇ ਯਾਨੀ ਕਿ ਉਹਨਾਂ ਨੇ ਫਰਵਰੀ ਨਹੀਂ ਆਉਣ ਦੇਣੀ, ਉਹਨਾਂ ਨੇ ਮਿਡ 'ਚ ਹੀ ਤੁਹਾਡੇ ਸਾਹਮਣੇ ਆ ਜਾਣਾ। ਮੈਂ ਤਾਂ ਜੋ ਦੱਸ ਰਹੀ ਹੈਗੀ ਆ, ਮੇਰਾ ਤਰੀਕਾ ਹੋਰ, ਉਹਨਾਂ ਦਾ ਤਰੀਕਾ ਹੋਰ, ਪਰ ਇੱਕ ਗੱਲ ਹੈਗੀ ਆ ਕਿ ਸ਼ੋਅ ਉਹਨਾਂ ਦਾ ਆ ਤੇ ਜਿਸ ਤਰ੍ਹਾਂ ਦੇ ਨਾਲ ਉਹ ਧੜੱਲੇ ਦੇ ਨਾਲ ਬਿਲਕੁਲ ਇਮਾਨਦਾਰੀ ਦੇ ਨਾਲ ਇਹ ਸ਼ੋਅ ਕਰਦੇ ਨੇ, ਇਹ ਸ਼ੋਅ ਵੀ ਜਿਹੜਾ ਹੈ ਉਹ ਜਾਰੀ ਰਹੇਗਾ। ਬਾਕੀ ਹੁਣ ਥੋੜੀ ਜਿਹੀ ਤਫਸੀਲ ਖਬਰਾਂ ਦੀ ਲੈਣੇ ਹੈਗੇ ਆ। 2022 ਦੇ ਵਿੱਚ ਕੀ ਕੁਝ ਹੋਇਆ, 2022 ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਤਰਥੱਲੀ ਮਚੀ ਹੈਗੀ ਆ, ਇਹ ਅਸੀਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਹੈਗੇ ਆ। ਕੁਝ ਆਵਾਜ਼ਾਂ ਜਿਹੜੀਆਂ ਨੇ ਥੋੜ੍ਹੀਆਂ ਡਿਸਟਰਬ ਕਰ ਸਕਦੀਆਂ ਨੇ, ਉਸ ਲਈ ਮੈਂ ਮਾਫੀ ਚਾਹਾਂਗੀ, ਪਰ ਤੁਹਾਨੂੰ ਪਤਾ ਛੱਤ ਤੇ ਖੜੇ ਹੈਗੇ ਆ, ਸੋ ਫਿਰ ਇੰਨਾ ਕੁ ਤਾਂ ਚੱਲਦਾ ਹੈਗਾ। ਬਾਕੀ ਇੱਕ ਅੱਧ ਦਿਨ ਬਾਅਦ ਚੋਂ ਬਿਲਕੁਲ ਸ਼ੋਅ ਜਿਹੜਾ ਹੈ ਉਹ ਨੋਰਮਲ ਹੋ ਜਾਏਗਾ। ਬਿਲਕੁਲ ਆਪਣੀ ਸਪੇਸ ਤੇ ਜਿੱਥੇ ਬੈਠ ਕੇ ਮੈਂ ਸ਼ੋਅ ਕਰਦੀ ਹੁੰਦੀ ਹਾਂ ਉੱਥੇ ਕਰਾਂਗੀ, ਕਿਉਂਕਿ ਫਿਰ ਘਰ ਵਾਪਸ ਚਲੇ ਜਾਣਾ, ਉਹੀ ਦਫ਼ਤਰਾਂ ਦੇ ਚੱਕਰ, ਉਹੀ ਸਭ ਕੁਝ ਹੋ ਜਾਣਾ। ਪਰ ਆਪਣੇ ਵੱਲੋਂ ਕੋਸ਼ਿਸ਼ ਇਹੀ ਹੈ ਕਿ ਕਿਸੇ ਵੀ ਤਰੀਕੇ ਦੀ ਰੁਕਾਵਟ ਨਾ ਆਏ। ਤੇ ਜਿਹੜੀ ਕੱਲ ਆਡੀਓ ਪ੍ਰੋਬਲਮ ਆਈ ਹੈ ਉਸ ਲਈ ਮਾਫੀ ਚਾਹੁੰਦੇ ਹਾਂ, ਤੇ ਜੇ ਅੱਜ ਵੀ ਆ ਰਹੀ ਹੈ ਤੇ ਡਬਲ ਮਾਫੀ ਚਾਹੁੰਦੇ ਹੈਗੇ ਆ। ਪਰ ਆਪਣੇ ਵੱਲੋਂ ਕੋਸ਼ਿਸ਼ ਇਹੀ ਹੈ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ਿਕਾਇਤ ਜਿਹੜੀ ਹੈ ਉਹ ਨਾ ਰਹਿ ਜਾਏ। ਹਾਂਜੀ, ਯਾਦ ਹੋਏਗਾ PM ਮੋਦੀ ਜਦੋਂ ਪੰਜਾਬ ਆਏ ਸਨ ਤੇ ਕਿਸਾਨਾਂ ਦੇ ਕਾਫਿਲੇ ਨੇ PM ਮੋਦੀ ਦਾ ਕਾਫਲਾ ਜਿਹੜਾ ਹੈ ਉਸ ਨੂੰ ਰੋਕ ਲਿਆ ਸੀ, ਤੇ ਉਸ ਤੋਂ ਬਾਅਦ ਬਹੁਤ ਸਾਰੇ ਅਖਬਾਰਾਂ ਨੇ ਤੇ ਬਹੁਤ ਸਾਰੇ ਚੈਨਲਾਂ ਨੇ ਪੰਜਾਬ ਦੀ ਫਜ਼ੀਹਤ ਵੀ ਕੀਤੀ ਸੀ। 15-20 ਮਿੰਟ ਫਸਿਆ ਰਿਹਾ ਸੀ PM ਦਾ ਕਾਫਲਾ, ਤੇ ਉਸ ਤੋਂ ਬਾਅਦ ਜਦੋਂ ਪੰਜਾਬ ਚੋਂ ਨਾਰਾਜ਼ ਹੋ ਕੇ ਗਏ ਸਨ, ਇਸ ਖਬਰ ਤੇ ਚਰਚਾ ਕਰਨੀ ਬਣਦੀ ਹੈਗੀ ਹੈ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਵਿੱਚ ਉਹਨਾਂ ਦੀ ਉਸ ਵਕਤ ਪਹਿਲੀ ਰੈਲੀ ਹੈਗੀ ਸੀ, ਤੇ ਹੁਸੈਨੀਵਾਲਾ ਵਿੱਚ ਸ਼ਹੀਦ ਸਮਾਰਕ ਤੋਂ ਕਰੀਬ 30 ਕਿਲੋਮੀਟਰ ਪਹਿਲਾਂ ਕਿਸਾਨ ਪ੍ਰਦਰਸ਼ਨਕਾਰੀਆਂ ਨੇ ਮਾਰਗ ਜਿਹੜਾ ਹੈ ਉਸ ਨੂੰ ਕਿਸੇ ਤਰੀਕੇ ਦੇ ਨਾਲ ਡੱਕ ਲਿਆ ਸੀ, ਤੇ ਇਸ ਨਾਲ PM ਦਾ ਕਾਫਲਾ ਇੱਕ ਫਲਾਈਓਵਰ ਤੇ 15 ਤੋਂ 20 ਮਿੰਟ ਫਸਿਆ ਰਿਹਾ। ਬਹੁਤ ਗੁੱਸੇ ਵਿੱਚ ਆ ਗਏ ਸੀ ਉਹਦੇ PM ਰੈਲੀ ਰੱਦ ਕਰਕੇ ਬਠਿੰਡਾ 에ਅਰਪੋਰਟ ਜਿਹੜੇ ਹੈ ਉਹ ਉੱਥੇ ਵਾਪਸ ਚਲੇ ਗਏ ਸੀ। ਇਹ ਸਾਨੂੰ ਸਭ ਨੂੰ ਯਾਦ ਹੈਗਾ। ਤੇ ਜਦੋਂ ਬਠਿੰਡਾ 에ਅਰਪੋਰਟ ਵਾਪਸ ਚਲੇ ਗਏ ਤੇ ਪੰਜਾਬ ਦੀ ਉਸ ਵਕਤ ਦੀ ਕਾਂਗਰਸ ਸਰਕਾਰ ਤੇ ਤੰਜ ਕੱਸਦਿਆਂ ਹੋਇਆਂ ਮਤਲਬ ਇਹ ਗੱਲ ਕਹੀ ਗਈ ਸੀ ਕਿ CM ਨੂੰ ਮੇਰਾ ਸ਼ੁਕਰੀਆ ਕਹਿਣਾ ਕਿ ਮੈਂ ਬਠਿੰਡਾ 에ਅਰਪੋਰਟ ਤੱਕ ਜ਼ਿੰਦਾ ਪਹੁੰਚ ਸਕਿਆ। ਬਹੁਤ ਵੱਡੀ ਸਟੇਟਮੈਂਟ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ CM ਨੂੰ ਮੇਰਾ ਸ਼ੁਕਰੀਆ ਕਹਿਣਾ ਕਿ ਮੈਂ ਜ਼ਿੰਦਾ ਜਿਹੜਾ ਹੈ ਉਹ ਪਹੁੰਚ ਸਕਿਆ। ਸੋ ਇਹ ਇਸ ਦੇ ਨਾਲ ਇਹ ਪੂਰੀ ਦੀ ਪੂਰੀ ਪੰਜਾਬ ਦੇ ਬਾਰੇ ਇਹ ਗੱਲ ਜਿਹੜੀ ਹੈ ਉਹ ਖਾਸ ਸਾਫ਼ ਹੋ ਗਈ ਸੀ ਕਿ ਮਤਲਬ ਇਹ ਸਾਫ਼ ਕਰਨ ਦੀ ਕੋਸ਼ਿਸ਼ ਕਰ ਦਿੱਤੀ ਗਈ ਸੀ ਕਿ ਪੰਜਾਬ ਜਿਹੜਾ ਹੈ ਉਹ ਬੇਹੱਦ ਅਨਸੇਫ ਹੈ। ਜਿੱਥੇ PM ਸੇਫ ਨਹੀਂ ਉੱਥੇ ਹੋਰ ਕੌਣ ਸੇਫ ਹੋਏਗਾ। ਸੋ ਇਹ ਬੜੀ ਵੱਡੀ ਖਬਰ ਜਿਹੜੀ ਸੀ ਇਹ 2022 ਦੀ ਜਿਹੜੀ ਹੈਡਲਾਈਨ ਬਣੀ। ਉੱਥੇ ਪੰਜਾਬ ਦੇ ਉਸ ਵਕਤ ਦੇ ਜਿਹੜੇ ਮੁੱਖ ਸਕੱਤਰ ਤੇ DGP ਨੇ SPG ਨੂੰ ਰਸਤਾ ਸੁਰੱਖਿਅਤ ਹੋਣ ਦਾ ਭਰੋਸਾ ਜਿਹੜਾ ਹੈ ਉਸ ਵਕਤ ਦਿੱਤਾ ਸੀ। ਉਸ ਵਕਤ ਦੇ ਜਿਹੜੇ CM ਪੰਜਾਬ ਚਰਨਜੀਤ ਸਿੰਘ ਚੰਨੀ ਨੇ ਸੁਰੱਖਿਆ ਵਿੱਚ ਕਿਸੇ ਪ੍ਰਕਾਰ ਦੀ ਚੂਕ ਹੋਣ ਤੋਂ ਇਨਕਾਰ ਕਰਦਿਆਂ ਹੋਇਆ ਸੜਕ ਮਾਰ ਦਾ ਕੋਈ ਪ੍ਰੋਗਰਾਮ ਨਹੀਂ ਹੋਣ ਦੀ ਗੱਲ ਕਹੀ ਸੀ। ਸੋ ਗ੍ਰਹਿ ਮੰਤਰਾਲੇ ਨੇ ਕਰੜਾ ਇਸ ਤੇ ਜਿਹੜੀ ਹੈ ਉਹ ਜਾਇਜ਼ਾ ਲਿਆ ਸੀ ਤੇ ਇਸ ਨੂੰ ਗੰਭੀਰ ਸੁਰੱਖਿਆ ਚੂਕ ਕਰਾਰ ਦਿੱਤਾ ਸੀ। ਇਹ ਖਬਰ ਰਹੀ। ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਹੱਤਿਆ ਨੇ ਨਾ ਸਿਰਫ ਪੰਜਾਬ ਹਿਲਾਇਆ, ਨਾ ਸਿਰਫ ਦੇਸ਼ ਹਿਲਾਇਆ,
पूरा दा पूरी पूरी दी पूरी दुनिया कवांगे कि सिद्धू मूसेवाला दे मर्डर ने हिला के रख दित्ती ते पंजाब नूं फिर तो एक बारी अनसेफ जिहड़ा है वो समझिया जाण लग्गिया जदों सिद्धू मूसेवाला दी मौत जिहड़ी है वो हुंदी हैगी। अज भी वो तस्वीरां जिहड़ियां ने अखां सामने आ जांदियां ने कि किस तरह दे नाल मृतक दे जिहड़ी है वो जीप दे विच थार दे विच पई हुई हैगी आ ते केस जड़े ने बिखरे हुए ने खून नाल लथपथ वो तस्वीरां जड़ियां ने जो देखी दियां ने फिर उस तो बाद संस्कार जड़ा है जो सारा कुछ जड़ा जो असीं उत्थे आप मौजूद हैगे सी जो प्यो जड़ा है पग उतारदा हैगा जो ये सारियां तस्वीरां ने जड़ियां हुण भी भावुक कर जांदियां ने। वक्त बहुता नहीं होया पर ये जड़ियां वो तस्वीरां ने जिहड़े कुछ वक्त बाद भी भावुक कर जाणगियां। पिछे कुछ आवाज़ां आउणगियां, प्लीज़ माइंड ना करना, ये बस 1-2 दिन की हुण दिक्कत हैगी आ। उस तो बाद तुहानूं दस्सिया कि सेफ स्पेस ते असीं पहुंच जावांगे। हुण हत्या की जिम्मेवारी विदेश में बैठे गैंगस्टर जिहड़ा है गोल्डी बराड़ ने लई सी। मूसेवाला नूं मारन वाले 8 शूटर सन ते गोल्डी बराड़ ने गैंगस्टर लॉरेंस के कहण ते मूसेवाला की हत्या कराई। ये सारियां गल्लां बाद च निकल के सामने आईयां ते लॉरेंस नूं पंजाब पुलिस 15 जून नूं ट्रांजिट रिमांड ते दिल्ली की तिहाड़ जेल विच पंजाब लियाई सीगी। जिस दे बाद 6 महीने लॉरेंस नूं पंजाब विच रखिया गया। हुण जिहड़ा गोल्डी बराड़ है अजे भी उसते सस्पेंस जिहड़ा है वो बरकरार हैगा कि गोल्डी बराड़ जिहड़ा है वो जिउंदा है, जिउंदा तो है पर गोल्डी बराड़ जिउंदा है कित्थे जिउंदा है क्योंकि कोई कहता हैगा कि भी आपां जिहड़े हाँ वो मतलब पुलिस दी अड़िके आ चुका हैगा गोल्डी बराड़। पर गोल्डी बराड़ बहुत बारी ये कह चुकिया हैगा कि मैं बिल्कुल बाहर हाँ, मैं बिल्कुल फरार हाँ, मैनू पुलिस जिहड़ी है हथ नहीं पा सकती हैगी, मैनू किसी भी तरीके दे नाल पुलिस दे अड़िके आउणा मंजूर ही नहीं, मैं खुद नूं मार लवांगा, मैं इन्ने हथियार जिहड़े वो रखे हुए आ, मैं खुद नूं मार लवांगा पर मैं पुलिस दे अड़िके नहीं आउण वाला। सीनियर जर्नलिस्ट नाल गलबात भी की सी। सो अजे भी ये गल जिहड़ी है ये राज बनी हुई है कि गोल्डी बराड़ कित्थे है, जिउंदा ते है पर है कित्थे, बाहर है अंदर है, सुरक्षा एजेंसियां ने उन्होंने फड़िया होया या फिर वो बाहर हैगा या वो अपनी मन मर्जी नाल जी रहा जिथे वो जीना चाहता हैगा। सो अजिहे विच अजे भी जिहड़े भेत ने वो हुण उम्मीद है कि 2023 दे विच वो भेत जिहड़े ने खुल के रहणगे। सो दूसरी जिहड़ी वड्डी खबर नवजोत सिंह सिद्धू दी निकल के सामने आई। नवजोत सिंह सिद्धू जदों एडे पुराने रोड रेज वाले मामले विच 19 मई नूं सज़ा मिलण दे बाद सिद्धू ने 20 मई नूं सरैंडर कीता सी ते 10 नंबर बैरक विच उन्हां नूं जिहड़ी है वो जगह मिली। फिर दस्सिया भी गया कि उन्होंने उन्हां दा 34 किलो भार भी घट गया, उन्होंने क्लर्क दी जिहड़ी है अपनी भूमिका निभाई हैगी आ ते हुण चंगे बिहेवियर करके उन्हां नूं छेती जिहड़ा है वो बाहर कढ़िया भी जा रहा हैगा। उधर 2 आरपीजी मोहाली इंटैलीजेंस हैडकुआटर ते अटैक होया सी, फिर उस तो बाद तरनतारन दे सरहाली दे पुलिस स्टेशन ते अटैक होया सी। सो इस सब दे विच क्योंकि पहला 9 मई फिर 10 दसंबर जिहड़ा मोहाली विच होया सी ये आतंकी लखवीर सिंह लंडा ते पाकिस्तान विच लुके हरविंदर सिंह रिंदा दा नाम सामने आया ते जिहड़ा सरहाली विच अटैक होया सी उस दे विच आरपीजी रॉकेट गेट दे ग्रिल नाल टकरा के सांझ केंद्र दे वल मूव कीता ते अटैक विच जिहड़ा है बंब फटिया ने। सो पुलिस ने इस मामले विच 7 नाबालिगां नूं जिहड़ा है वो हिरासत विच लिया ते इस विच आतंकी जिहड़ा है लंडा दा नाम जिहड़ा है वो सामने आउंदा हैगा। सो धरने ते बैठे जदों हिंदू नेता सूरी का मर्डर हो जाता है उस तो बाद भी माहौल जिहड़ा है पंजाब दे विच काफ़ी भख जाता बहुत। उस दरम्यान सिख हिंदू मुसलमान ये सारे दे सारे विच जिहड़ा एक विवाद है वो खड़ा हो जाता है, एक टसल जिहड़ी है वो नज़र आउंदी हैगी आ। जिस तरह का माहौल पंजाब दा असीं नहीं देखना चाहते वो माहौल जिहड़ा नज़र आउंदा है। सोशल मीडिया दे उत्ते गालां जिहड़ियां ने वो वराईयां जांदियां ने, एक वॉर जिहड़ी है अड्ड तो वॉर शुरू हो जाती है जिथे पंजाब दे विच सिख हिंदू हो जाती है जिहड़ी कि कदी देखण नूं नहीं मिली। आपस च भाईचारा जिहड़ा है वो बरकरार रहिंदा हैगा पर जदों इस केस तो बाद चीज़ां जिहड़ियां ने होर बिगड़दियां ने ते होर उदों बिगड़ जांदियां जदों फरीदकोट विच डेरा प्रेमी दी हत्या हो जाती हैगी आ। चीज़ां होर तां करके बिगड़ जांदियां ने। उधर जे सियासतां वल नूं आईए हुण ते पंजाब विधान सभा चोणां विच आम आदमी पार्टी ने सब नूं हैरान कर दिता ते जदों ये हैरानगी जिहड़ी है ये सामने आउंदी हैगी आ ते अज दी तरीक दे विच सरकार जिहड़ी है काम कर रही है। बहुत सारी थावां दे उत्ते अजे काम किया जाना बाकी है पर असीं ये कह दईए कि अजे वक्त जिहड़ा है बहुत ज़्यादा नहीं होया।
ਜਦੋਂ ਇੰਨੀਆਂ ਪਾਰਟੀਜ਼ ਨੂੰ, ਰਵਾਇਤੀ ਪਾਰਟੀਜ਼ ਨੂੰ ਇੰਨਾ ਵਕਤ ਦਿੰਦੇ ਆ ਤੇ ਆਮ ਆਦਮੀ ਪਾਰਟੀ ਨੂੰ ਵਕਤ ਜਿਹੜਾ ਹੈ ਉਹ ਦੇਣਾ ਚਾਹੀਦਾ। ਸਹੀ ਗਲਤ ਦਾ ਫੈਸਲਾ ਅਸੀਂ ਸ਼ਾਇਦ ਅਗਲੇ ਈਅਰ ਐਂਡਰ ਤੇ ਥੋੜਾ ਬਹੁਤ ਕਰ ਸਕਾਂਗੇ, ਪਰ ਅਜੇ ਸਰਕਾਰ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਪੈਂਡਿੰਗ ਵੀ ਆ ਤੇ ਸਰਕਾਰ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਵੀ ਗਈਆਂ, ਉਸ ਦਾ ਵੀ ਜ਼ਿਕਰ ਅਸੀਂ ਜ਼ਰੂਰ ਕਰਾਂਗੇ। ਸੋ ਆਮ ਆਦਮੀ ਪਾਰਟੀ ਨੇ ਜਿਹੜੇ ਪੇਸ਼ੇਵਰ ਕਾਮੇਡੀਅਨ ਰਹੇ ਭਗਵੰਤ ਮਾਨ ਨੂੰ ਜਦੋਂ ਸੀਐਮ ਪ੍ਰੋਜੈਕਟ ਕਰ ਦਿੱਤਾ, ਇਹ ਅਹੁਦਾ ਜਿਹੜਾ ਉਹਨਾਂ ਨੂੰ ਮਿਲ ਗਿਆ, ਉਸ ਤੋਂ ਬਾਅਦ ਉਹ ਟਿਕ ਕੇ ਬਹਿੰਦੇ ਨਹੀਂ, ਕਦੀ ਇੱਧਰ ਤੇ ਕਦੀ ਉੱਧਰ। ਸੋ 117 ਚੋਂ 92 ਸੀਟਾਂ ਤੇ ਜਿੱਤ ਦਰਜ ਕੀਤੀ ਤੇ ਸਰਕਾਰ ਜਿਹੜੀ ਉਹ ਬਣੀ ਹੈਗੀ। ਕੋਈ ਵੀ ਦੂਜੀ ਪਾਰਟੀ ਪੂਰਨ ਰੂਪ ਨਾਲ ਵਿਰੋਧੀ ਧਿਰ ਵਿੱਚ ਵੀ ਨਹੀਂ ਆ ਸਕੀ ਹੈਗੀ। ਸੋ ਇਹ ਬਹੁਤ ਵੱਡੀ ਖਬਰ ਸਾਲ 2022 ਦੀ। ਹੁਣ ਆਪ ਨੇ ਪੰਜਾਬ ਵਿੱਚ 78% ਸੀਟਾਂ ਤੇ ਇੱਕ ਤਰਫਾ ਜਿੱਤ ਜਿਹੜੀ ਹੈ ਉਹ ਦਰਜ ਕੀਤੀ। ਭਗਵੰਤ ਮਾਨ ਵੀ ਰਿਕਾਰਡ 45,000 ਵੋਟਾਂ ਨਾਲ ਜਿੱਤੇ। ਉਹਨਾਂ ਨੇ ਧੂਰੀ ਸੀਟ ਤੋਂ ਕਾਂਗਰਸ ਦੇ ਦਲਬੀਰ ਗੋਲਡੀ ਨੂੰ ਹਰਾਇਆ। ਉਸ ਤੋਂ ਬਾਅਦ ਪਹਿਲੀ ਵਾਰ ਰਾਜ ਭਵਨ ਤੋਂ ਬਾਹਰ ਨਵੀਂ ਸਰਕਾਰ ਨੇ ਜਿਹੜੀ 100 ਚੁੱਕ ਸਮਾਗਮ ਜਿਹੜਾ ਹੈ ਉਹ ਕੀਤਾ ਹੈਗਾ। ਸੋ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਵੱਡਾ ਪੰਡਾਲ ਲਗਾਇਆ ਗਿਆ। ਹਜ਼ਾਰਾਂ ਵਾਹਨਾਂ ਨੂੰ ਖੜਾ ਕਰਨ ਦੇ ਲਈ ਜਿਹੜੀ ਹੈ ਉਹ ਕਣਕ ਨੂੰ ਕੱਟ ਕੇ, ਫਸਲ ਨੂੰ ਕੱਟ ਕੇ ਖੇਤਾਂ ਵਿੱਚ ਪਾਰਕਿੰਗ ਬਣਾਈ ਗਈ। ਇੱਥੇ ਜਿਹੜਾ 100 ਚੁੱਕ ਸਮਾਗਮ 2 ਕਰੋੜ ਤੋਂ ਜ਼ਿਆਦਾ ਦਾ ਖਰਚ ਇਸ ਦੇ ਵਿੱਚ ਕੀਤਾ ਗਿਆ, ਜਿਸ ਦੇ ਕਰਕੇ ਸਰਕਾਰ ਨੂੰ ਫਜ਼ੀਹਤ ਦਾ ਸਾਹਮਣਾ ਜਿਹੜਾ ਹੈ ਉਹ ਵੀ ਕਰਨਾ ਪਿਆ। ਇੱਥੇ 16 ਮਾਰਚ ਨੂੰ ਭਗਵੰਤ ਮਾਨ ਨੇ 100 ਚੁੱਕ ਸਮਾਗਮ ਦੇ ਵਿੱਚ ਆਪਣੀ ਇੱਕ ਨਵੀਂ ਪਰੰਪਰਾ ਦੀ, ਇੱਕ ਨਵੀਂ ਰਵਾਇਤ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਨਵਾਂ ਚੈਪਟਰ ਜਿਹੜਾ ਹੈ ਉਹਨਾਂ ਨੇ ਲਿਖ ਦਿੱਤਾ। ਸੋ ਕਿਹੜੇ ਵੱਡੇ ਵੱਡੇ ਫੈਸਲੇ ਲਏ ਨੇ, ਇਹ ਸਾਰਾ ਕੁਝ ਜਿਹੜਾ ਹੈ ਨੋਟ ਕੀਤਾ ਹੋਇਆ ਹੈਗਾ। ਮੈਂ ਕੋਈ ਚੀਜ਼ ਰਹਿ ਨਾ ਜਾਵੇ ਤਾਂ ਕਰਕੇ ਮੈਂ ਨਾਲੋਂ ਨਾਲ ਚੀਜ਼ਾਂ ਜਿਹੜੀਆਂ ਨੇ ਉਹ ਨੋਟ ਵੀ ਕਰ ਰਹੀ ਹੈਗੀਆਂ। ਇਹ ਹੈਗਾ ਕਿ ਭਗਵੰਤ ਮਾਨ ਸਰਕਾਰ ਨੇ 1 ਜੁਲਾਈ ਤੋਂ ਘਰੇਲੂ ਉਪਭੋਗਤਾਵਾਂ ਨੂੰ ਹਰ ਮਹੀਨੇ 300 ਯੂਨਿਟ ਬਿਲਿੰਗ ਸਾਈਕਲ ਦੇ ਅਨੁਸਾਰ 600 ਯੂਨਿਟ ਬਿਜਲੀ ਜਿਹੜੀ ਹੈ ਉਹ ਮੁਫਤ ਦਿੱਤੀ। ਪੰਜਾਬ ਦੇ 86% ਪਰਿਵਾਰਾਂ ਦਾ ਦਸੰਬਰ ਦੇ ਵਿੱਚ ਮਿਲਿਆ ਅਕਤੂਬਰ ਨਵੰਬਰ ਦਾ ਬਿਜਲੀ ਬਿੱਲ ਜ਼ੀਰੋ ਆਇਆ ਤੇ ਪੰਜਾਬ ਦੇ ਰਜਿਸਟਰਡ ਗੌਸ਼ਾਲਾ ਦੇ ਜਿਹੜੇ ਹੈਗੇ ਆ 15 ਅਕਤੂਬਰ ਦੇ ਬਿਜਲੀ ਬਿੱਲ ਜਿਹੜੇ ਮਾਫ ਕੀਤੇ ਗਏ। OPS ਸਕੀਮ ਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਹੋਇਆ। ਪੰਜਾਬ ਵਿੱਚ 1 MLA 1 ਪੈਨਸ਼ਨ ਜਿਹੜੀ ਹੈ ਉਹ ਲਾਗੂ ਹੋ ਗਈ। ਤੇ ਫਿਰ ਜੇ ਸੀਐਮ ਭਗਵੰਤ ਮਾਨ ਦੇ ਵਿਆਹ ਦੀ ਗੱਲ ਕਰੀਏ, ਮੀਡੀਆ ਚੈਨਲਸ ਤੇ ਜਿਵੇਂ ਕਰੇਜ਼ੀ ਹੋ ਗਏ। ਮਾਨ ਸਾਹਿਬ ਦਾ ਵਿਆਹ ਹੁੰਦਾ, ਉਸ ਤੋਂ ਬਾਅਦ ਇੱਕ ਚੀਜ਼ ਦਿਖਾਉਣ ਦੇ ਲਈ ਹੋੜ ਮਚ ਗਈ। ਕੌਣ ਹੈ ਲਾੜੀ, ਕੌਣ ਹੈ ਡਾਕਟਰ ਗੁਰਪ੍ਰੀਤ ਕੌਰ। ਜਦੋਂ ਆਏ ਹੁਣ ਤੇ ਖੁਦ ਵੀ ਡਾਕਟਰ ਗੁਰਪ੍ਰੀਤ ਕੌਰ ਜਿਹੜੇ ਨੇ ਮੀਡੀਆ ਸੇਵੀ ਹੋ ਗਏ ਨੇ, ਹੁਣ ਖੁਦ ਵੀ ਹੱਥ ਜਿਹੜਾ ਵਡਾਉਂਦੇ ਹੈਗੇ ਆ। ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਉਹ ਸ਼ਿਰਕਤ ਕਰਦੇ ਆ, ਨਾਲ ਉਹਨਾਂ ਦੀ ਨਨਾਣ ਜਿਹੜੀ ਆ ਉਹ ਸ਼ਿਰਕਤ ਕਰਦੀ ਹੈਗੀ ਆ। ਪਹਿਲਾਂ ਗਹਿਣਿਆਂ ਨੂੰ ਲੈ ਕੇ ਬੜੇ ਟ੍ਰੋਲ ਹੋਏ, ਉਸ ਤੋਂ ਬਾਅਦ ਗਹਿਣੇ ਨਹੀਂ ਪਾਉਂਦੇ ਹੈਗੇ ਹੁਣ ਜ਼ਿਆਦਾ, ਪਰ ਨਵਾਂ ਵਿਆਹ ਹੋਵੇ, ਰੀਝਾਂ ਜਿਹੜੀਆਂ ਨੇ ਹਰ ਕਿਸੇ ਦੀਆਂ ਹੁੰਦੀਆਂ ਨੇ। ਸੋ ਅਜਿਹੇ ਵਿੱਚ ਉਹ ਵਿਆਹ ਜਿਹੜਾ ਹੈ ਉਹ ਹੈਡਲਾਈਨ ਬਹੁਤ, ਜਿਹਨੂੰ ਕਹਿੰਦੇ ਆ ਕਿ ਚੌਖੀ ਹੈਡਲਾਈਨ ਜਿਹੜੀ ਹੈ ਮੀਡੀਆ ਵਾਲਿਆਂ ਵਾਸਤੇ ਉਹ ਬਣਿਆ। ਸੋ ਹੁਣ ਬਾਈ ਇਲੈਕਸ਼ਨਸ ਦੀ ਗੱਲ ਕਰਦੇ ਆ। ਆਪ ਆਪਣੇ ਹੀ ਗੜ ਦੇ ਵਿੱਚ ਉਪ ਚੋਣ ਜਿਹੜੀ ਹੈ ਉਹ ਹਾਰੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਦੇ 3 ਮਹੀਨੇ ਬਾਅਦ ਹੀ ਉਪ ਚੋਣ ਹਾਰ ਗਈ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਗਲਤੀ ਰਿਅਲਾਈਜ਼ ਹੋ ਗਈ ਹੈ, ਲੋਕ ਆਪਣੀ ਗਲਤੀ ਰਿਅਲਾਈਜ਼ ਕਰ ਰਹੇ ਨੇ, ਉਹਨਾਂ ਨੇ ਗਲਤੀ ਕੀਤੀ ਆਮ ਆਦਮੀ ਪਾਰਟੀ ਨੂੰ ਚੁਣ ਕੇ। ਪਰ ਇਹ ਚੀਜ਼ ਸਹੀ ਨਹੀਂ ਹੋ ਸਕਦੀ ਹੈਗੀ, ਕਿਉਂਕਿ ਇੰਨੀ ਦੇਰ ਦੇ ਵਿੱਚ ਸਹੀ ਗਲਤ ਨਹੀਂ, ਇਨਸਾਨ ਜਿਹੜਾ ਹੈ ਜੇ ਕੁਝ ਕੀਤਾ ਵੀ ਹੋਵੇ, ਗਲਤ ਕੀਤਾ ਵੀ ਹੋਵੇ, ਤੇ ਪਛਤਾਵਾ 3 ਮਹੀਨਿਆਂ 'ਚ ਨਹੀਂ ਹੋ ਸਕਦਾ। ਇਹ ਹੋਰ ਫੈਕਟਰਸ ਜਿਹੜੇ ਨੇ ਉਹ ਹੋ ਸਕਦੇ ਹੈਗੇ ਨੇ, ਜਿਸ ਨਾਲ ਕਿ ਸਿਮਰਜੀਤ ਸਿੰਘ ਮਾਨ ਨੂੰ ਜਿੱਤ ਜਿਹੜੀ ਹੈ ਮਿਲੀ ਹੈ, ਕਿਉਂਕਿ ਉਹਨਾਂ ਦਾ ਧਰਾਤਲ ਜਿਹੜਾ ਹੈ ਉਹ ਵੀ ਕਮਜ਼ੋਰ ਨਹੀਂ ਹੈਗਾ। ਫਿਰ ਇਹ ਸੀਟ ਸੀਐਮ ਭਗਵੰਤ ਮਾਨ ਦੇ ਵਿਧਾਨ ਸਭਾ ਚੋਣ ਜਿੱਤਣ ਦੇ ਬਾਅਦ ਖਾਲੀ ਹੋਈ ਸੀ ਤੇ ਹੁਣ ਸਾਲ 2002 ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਨਾਲ ਉਥਲ ਪੁਥਲ ਰਹੀ ਹੈ, ਉਸ ਤੇ ਚਰਚਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ। ਹੁਣ ਪੰਜਾਬ ਰਾਜਨੀਤੀ ਵਿੱਚ ਵੱਡੇ ਚਿਹਰੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਅੰਮ੍ਰਿਤਸਰ ਵਿੱਚ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਤੇ ਕਾਂਗਰਸ ਨਵਜੋਤ ਸਿੰਘ ਸਿੱਧੂ, ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਵਨਜੋਤ ਕੌਰ ਤੋਂ ਹਾਰ ਗਏ। ਸੋ ਏਡੇ ਵੱਡੇ ਦਿੱਗਜ ਜਦੋਂ ਕਿਸੇ ਨਿਊ ਕਮਰ ਤੋਂ ਹਾਰਦੇ ਨੇ, ਇਸ ਖਬਰ ਨੂੰ ਅਸੀਂ ਕਿਸ ਤਰ੍ਹਾਂ ਦਰਕਿਨਾਰ ਕਰ ਦਈਏ। ਫਿਰ ਪੰਜਾਬ ਵਿੱਚ 1990 ਤੋਂ ਲੈ ਕੇ 2012 ਤੱਕ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ। 94 ਸਾਲ ਦੀ ਉਮਰ ਵਿੱਚ ਵੀ ਚੋਣ ਦੰਗਲ ਵਿੱਚ ਉਤਰੇ, ਲੇਕਿਨ ਬਦਲਾਅ ਦੀ ਬਿਆਰ ਵਿੱਚ ਕਿਤੇ ਨਾ ਕਿਤੇ ਉਹ ਵਹਿ ਗਏ, ਉਹ ਨਹੀਂ ਜਿੱਤ ਸਕੇ। ਇਸੇ ਤਰ੍ਹਾਂ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਸੋ ਕਾਂਗਰਸ ਨੇ ਆਪਣੇ ਸ਼ਾਸਨ ਦੇ ਅੰਤਮ ਵਕਤ ਵਿੱਚ 122 ਦਿਨਾਂ ਦੇ ਲਈ ਮੁੱਖ ਮੰਤਰੀ ਬਣਾਏ ਗਏ ਚਰਨਜੀਤ ਸਿੰਘ ਚੰਨੀ ਨੂੰ 2 ਵਿਧਾਨ ਸਭਾ ਖੇਤਰਾਂ 'ਚੋਂ ਮੈਦਾਨ 'ਚ ਉਤਾਰਿਆ ਸੀ ਤੇ ਦੋਨੋਂ ਹੀ ਸੀਟਾਂ ਉਹ ਉਸ ਵਕਤੇ ਹਾਰ ਗਏ ਸਨ। ਸੋ ਇਹ ਵੱਡੀਆਂ ਖਬਰਾਂ ਨੇ, ਇਸ ਤੋਂ ਵੱਡਾ ਹੋਰ ਕੀ ਹੋਏਗਾ। ਇਹ ਵੱਡੀਆਂ ਖਬਰਾਂ ਨੇ 2022 ਦੀਆਂ। ਸੋ ਕੈਪਟਨ ਅਮਰਿੰਦਰ ਸਿੰਘ ਨੇ ਸੀਐਮ ਕੁਰਸੀ ਜਾਣ ਦੇ ਬਾਅਦ ਪਾਰਟੀ ਬਦਲੀ, ਇਹ ਵੀ ਬਹੁਤ ਵੱਡੀ ਖਬਰ ਸੀ।
भाजपा का हाथ पकड़ लिया, भाजपा के साथ हो गए कैप्टन अमरिंदर सिंह। सो हुण भाजपा का हाथ ही उन्होंने फड़िया होया। पहला उन्होंने पंजाब लोक कांग्रेस पार्टी बनाई पर उत्थे उन्होंने दाल जड़ी है गली नहीं, तो इस बाद उन्होंने भाजपा का कमल जड़ा है उसनू थाम लिया। सो उन्होंने देखा देखी कैप्टन के खासम खास नेता कांग्रेस के साबका प्रधान सुनील जाखड़, खेड मंत्री जड़े ने राणा गुरमीत सिंह सोढी, नेता जड़े हैगे ने ਆਪੋਜੀਸ਼ਨ ਦੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੇ ਛੋਟੇ ਭਰਾ ਫਤਿਹ ਜੰਗ ਬਾਜਵਾ ਜਿਹੜੇ ਸਨ, ਉਹ ਵੀ ਉਹਨਾਂ ਨੇ ਵੀ ਭਾਜਪਾ ਦਾ ਜਿਹੜਾ ਦਾਮਨ ਹੈ ਉਹ ਫੜ ਲਿਆ। ਸੋ ਅਜਿਹੇ ਵਿੱਚ ਹੋਰ ਬਹੁਤ ਕੁਛ ਹੈਗਾ। ਜਿਹੜੇ ਸਾਬਕਾ ਮੰਤਰੀ ਰਡਾਰ ਤੇ ਰਹੇ, ਅਸੀਂ ਸਿੰਗਲਾ ਦੀ ਗੱਲ ਕਰੀਏ, ਸਾਧੂ ਸਿੰਘ ਧਰਮਸੋਤ ਦੀ ਗੱਲ ਕਰੀਏ, ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰੀਏ, ਵੱਖ-ਵੱਖ ਕੇਸਿਸ ਜਿਹੜੇ ਉਹਨਾਂ ਦੇ ਆਧਾਰ ਦੇ ਉੱਤੇ ਸਾਬਕਾ ਜਿਹੜੇ ਹੈਗੇ ਨੇ ਮੰਤਰੀ ਉਹ ਰਡਾਰ ਤੇ ਰਹੇ ਤੇ ਕਾਰਵਾਈਆਂ ਜਿਹੜੀਆਂ ਨੇ ਉਹ ਵੀ ਹੋ ਰਹੀਆਂ ਹੈਗੀਆਂ ਨੇ। ਉਧਰ ਸੀਐਮ ਗਵਰਨਰ ਵਿਵਾਦ ਜਿਹੜਾ ਹੈ ਉਹ ਵੀ ਬੇਹੱਦ ਸੁਰਖੀਆਂ ਦੇ ਵਿੱਚ ਰਿਹਾ ਹੈਗਾ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਚਿੱਠੀ ਵੀ ਹੁੰਦੇ ਰਹਿੰਦੇ ਨੇ, ਇੱਕ ਦੂਜੇ ਨੂੰ ਨਸੀਹਤਾਂ ਵੀ ਦਿੰਦੇ ਰਹਿੰਦੇ ਨੇ। ਇਹ ਵੀ ਜਿਹੜਾ ਹੈ ਬਹੁਤ ਕੁਛ ਇਸ ਦੇ ਵਿੱਚ ਰਿਹਾ। ਸੋ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮਕਰਨ ਜਿਹੜਾ ਹੈ ਉਹ ਵੀ ਕੀਤਾ ਗਿਆ। 28 ਸਤੰਬਰ ਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਕਰ ਦਿੱਤਾ ਗਿਆ। ਥੱਲੇ ਮੈਂ ਤਾਂ ਵੀ ਦੇਖ ਰਹੀ ਹੈਗੀ ਹਾਂ, ਇੱਕ ਤੇ ਮੇਰੇ ਕੋਲ ਡੇਟਾ ਵੀ ਹੈਗਾ ਤੇ ਮੇਰੇ ਕੋਲ ਨਾ ਅੱਗੇ ਅੱਖਾਂ ਦੇ ਅੱਗੇ ਧੁੱਪ ਜਿਹੜੀ ਹੈ ਨਾ ਬਹੁਤ ਜ਼ਿਆਦਾ ਹੋਈ ਆ ਤੇ ਅੱਖਾਂ ਖੋਲ ਕੇ ਗੱਲ ਕਰਨਾ ਥੋੜਾ ਜਿਹਾ ਔਖਾ ਲੱਗ ਰਿਹਾ ਹੈ, ਪਰ ਕੋਈ ਗੱਲ ਨਹੀਂ। ਉਧਰ ਹੁਣ ਗੱਲ ਕਰੀਏ ਕੋਈ, ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੋਹਰਾਮ ਮੱਚਦਾ ਹੈਗਾ। ਉਹ ਕਿਉਂ ਮੱਚਦਾ ਹੈਗਾ? ਜਦੋਂ ਇੱਕ ਅਸ਼ਲੀਲ ਵੀਡੀਓ ਦਾ ਮਾਮਲਾ ਸਾਹਮਣੇ ਆਉਂਦਾ, ਜਿਹੜਾ ਕਿ ਉੱਥੋਂ ਦੀ ਇੱਕ ਕੁੜੀ ਵੱਲੋਂ ਬਾਕੀ ਕੁੜੀਆਂ ਦੀ ਨਹਾਉਂਦਿਆਂ ਦੀ ਵੀਡੀਓ ਬਣਾਉਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਉਂਦਾ ਹੈਗਾ। ਇਸ ਦੇ ਵਿੱਚ ਵੀ ਇਹ ਕੁਝ ਵੱਡੇ ਕ੍ਰਾਈਮਸ ਨੇ ਜਿਨ੍ਹਾਂ ਨੂੰ ਕਿ ਅਸੀਂ ਇਗਨੋਰ ਬਿਲਕੁਲ ਨਹੀਂ ਕਰ ਸਕਦੇ ਹੈਗੇ। ਕੁਝ ਵੱਡੇ ਕ੍ਰਾਈਮਸ ਨੇ ਜਿਨ੍ਹਾਂ ਬਾਰੇ ਅਸੀਂ ਗੱਲ ਜਿਹੜੀ ਹੈ ਉਹ ਕਰ ਰਹੇ ਹੈਗੇ ਆ। ਸੋ ਇਸ ਦੇ ਇਲਾਵਾ ਕਾਮਨਵੈਲਥ ਖੇਡਾਂ ਹੋਈਆਂ, ਸਿਲਵਰ ਮੈਡਲ ਆਏ, ਬ੍ਰੌਂਜ਼ ਮੈਡਲ ਆਏ। ਇਹ ਵਧੀਆ ਪਰਫਾਰਮੈਂਸ ਜਿਹੜੀ ਹੈ ਇਸ ਵਾਰੀ ਰਹੀ। ਕੁਝ ਵਧੀਆ ਚੀਜ਼ਾਂ ਜਿਹੜੀਆਂ ਨੇ ਉਹ ਵੀ ਰਹੀਆਂ। ਕੁਝ ਸਾਡੀਆਂ ਧੀਆਂ ਜਿਹੜੀਆਂ ਨੇ ਉਹਨਾਂ ਨੇ ਉਹ ਜੱਜ ਵੀ ਬਣੀਆਂ। ਕੋਈ ਬੜੇ ਸਾਰੇ ਪੇਪਰਸ ਜਿਹੜੇ ਨੇ ਉਹਨਾਂ ਨੇ ਕਲੀਅਰ ਵੀ ਕੀਤੇ ਹੈਗੇ ਆ। ਸੋ ਅਜਿਹੇ ਵਿੱਚ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਤੁਹਾਨੂੰ 2022 ਦੀਆਂ ਸਾਰੀਆਂ ਖਬਰਾਂ ਜਿਹੜੀਆਂ ਉਹ ਦੱਸ ਦਿੱਤੀਆਂ ਨੇ। ਬਹੁਤ ਸਾਰੀਆਂ ਖਬਰਾਂ ਰਹਿ ਜਾਂਦੀਆਂ ਨੇ ਤੇ ਜੇ ਅਸੀਂ ਪੂਰਾ ਦਿਨ ਵੀ ਗੱਲ ਕਰਦੇ ਰਵਾਂਗੇ, ਡਿਸਕਸ਼ਨ ਕਰਦੇ ਰਵਾਂਗੇ, ਖਤਮ ਨਹੀਂ ਹੋਣਗੀਆਂ। ਪਰ ਮਾਹੌਲ ਜਿਹੜਾ ਹੈ, ਜੇ ਮੇਰੇ ਪਿੱਛੇ ਕੋਈ ਥੋੜਾ ਬਹੁਤ ਦੇਖ ਸਕਦੇ ਹੋ ਤਾਂ ਦੇਖੋ ਜ਼ਰੂਰ। ਪਾਣੀ ਦੀਆਂ ਟੈਂਕੀਆਂ ਜਿਹੜੀਆਂ ਸਿੰਟੈਕਸ ਵਾਲੀਆਂ, ਨਾਲ ਡਿਸ਼ਾਂ ਲੱਗੀਆਂ ਹੋਈਆਂ, ਨਾਲ ਪਿੱਛੇ ਜੇ ਕਰਕੇ ਨਾ ਉਧਰ ਪਿੱਛੇ ਜੇ ਕਰਕੇ ਉਧਰ ਮੇਨ ਰੋਡ ਹੈਗੀ ਆ ਤੇ ਗੁੱਡੀਆਂ ਵੀ ਹੈਗੀਆਂ। ਪਤਾ ਨਹੀਂ ਗੁੱਡੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਨਹੀਂ ਦੇਖ ਪਾ ਰਹੇ ਹੋ, ਪਰ ਅਸਮਾਨ ਦੇ ਵਿੱਚ ਚੜ੍ਹਤ ਜਿਹੜੀ ਹੈਗੀ ਆ ਉਹ ਬਥੇਰੀ ਹੈਗੀ ਆ। ਸੋ ਅਜਿਹੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਮਾਹੌਲ ਜਿਹੜੇ ਨੇ ਉਹ ਵੱਖ-ਵੱਖ ਥਾਵਾਂ ਦੇ ਵੱਖ-ਵੱਖ ਹੁੰਦੇ ਨੇ। ਹੁਣ ਕੱਲ੍ਹ ਜਾਂ ਪਰਸੋਂ ਘਰ ਨੂੰ ਵਾਪਸ ਚੱਲ ਜਾਣਾ ਹੈਗਾ। ਘਰ ਤੇ ਵੈਸੇ ਇਹ ਆ ਵਾਪਸ ਤੇ ਟੈਂਪਰੇਰੀ ਥਾਂ ਤੇ ਜਾਣਾ ਹੈਗਾ, ਪਰ ਕੰਮ ਧੰਦੇ ਕਰਨੇ ਪੈਂਦੇ ਨੇ। ਸ਼ਹਿਰਾਂ ਵਾਲੇ ਅਸੀਂ ਹੋਏ ਹੈਗੇ ਆ। ਪਰ ਹਾਂ ਉੱਥੇ ਇਹ ਹੈ ਕਿ ਜਦੋਂ ਆਪਾਂ ਸ਼ੋਅ ਕਰਾਂਗੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡਿਸਟਰਬੈਂਸ ਜਿਹੜੀ ਹੈ ਉਹ ਆਏਗੀ ਨਹੀਂ। ਇੱਥੇ ਡਿਸਟਰਬੈਂਸ ਹੈਗੀ ਆ, ਪਰ ਪਿੱਛੇ ਕਿਸੇ ਨੇ ਆਪਣਾ ਡੈਕ ਵੀ ਲਾਇਆ ਹੋਇਆ ਹੈਗਾ, ਮਤਲਬ ਮਿਊਜ਼ਿਕ ਵੀ ਲੱਗਿਆ ਹੋਇਆ ਹੈਗਾ ਇੱਥੇ। ਤੇ ਇੱਥੇ ਕਿਸੇ ਨੇ ਦੇਸ਼ ਭਗਤੀ ਦੇ ਗਾਣੇ ਜਿਹੜੇ ਉਹ ਲਾਏ ਹੋਏ ਹੈਗੇ ਆ। ਸੋ ਹੁਣ 31 ਤਰੀਕ ਰਾਤ ਨੂੰ ਸਭ ਦੇ ਪ੍ਰੋਗਰਾਮ ਹੋਣੇ ਆ। ਮੇਰਾ ਪ੍ਰੋਗਰਾਮ ਵੀ ਹੈਗਾ। ਮੈਂ ਸੋਹਣੀ ਜਿਹੀ ਇੱਕ ਕਿਤਾਬ ਲੈਣੀ ਆ। ਪਹਿਲਾਂ ਤੇ ਪਰਿਵਾਰ ਨਾਲ ਟਾਈਮ ਸਪੈਂਡ ਕਰਨਾ, ਹੁਣ ਥੋੜ੍ਹੀ ਦੇਰ ਤੱਕ ਬਾਹਰ ਚੱਲ ਜਾਣਾ ਤੇ ਰਾਤ ਨੂੰ ਫਿਰ ਆਪਾਂ ਆਰਾਮ ਨਾਲ ਕਿਤਾਬ ਲੈਣੀ ਆ ਤੇ ਵਧੀਆ ਜਿਹੀ ਜਿਹੜੀ ਕਿਤਾਬ ਹੈਗੀ ਆ ਉਹ ਪੜ੍ਹਨੀ ਹੈਗੀ ਆ। ਪਤਾ ਨਹੀਂ ਕਿੰਨੇ ਲਾਇਆ ਹੋਇਆ ਡੈਕ ਲਾਇਆ ਹੋਇਆ। ਫਿਰ ਦਰਸ਼ਕਾਂ ਨੇ ਕਹਿਣਾ ਹੈਗਾ ਕਿ ਥੱਲੇ ਪਿੱਛੋਂ ਮਿਊਜ਼ਿਕ ਦੀ ਆਵਾਜ਼ ਆ ਰਹੀ ਸੀ ਜਾਂ ਫੈਲ ਰਹੀ ਸੀ ਆਵਾਜ਼। ਆਪਣੇ ਵੱਲੋਂ ਦੇਖੋ ਕੋਸ਼ਿਸ਼ ਹੈਗੀ ਆ, ਬਸ 1-2 ਦਿਨ ਹੋਰ ਐਡਜਸਟ ਕਰ ਲਓ। ਉਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰੀਕੇ ਦੀ ਪੱਕੀ ਗੱਲ ਹੈ ਕੋਈ ਦਿੱਕਤ ਨਹੀਂ ਆਉਣ ਦਿੰਦੀ ਹੈਗੀ। ਇਹ ਮੇਰਾ ਆਪਣਾ ਜਿਹੜਾ ਹੈ ਨਿਊ ਈਅਰ ਰੈਜ਼ੋਲਿਊਸ਼ਨ ਹੈਗਾ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਉਣ ਦੇਣੀ ਹੈਗੀ। ਤੇ ਬਾਕੀ ਕੁਝ ਦਿਨ ਦੀ ਗੱਲ ਰਹਿ ਗਈ ਆ, ਫਿਰ ਤੇ ਸਟੂਡੀਓ ਕਰਨਾ ਤੁਸੀਂ, ਫਿਰ ਬੈਨੀਪਾਲ ਸਾਹਿਬ ਤੇ ਤੁਸੀਂ। ਤੇ ਬਾਕੀ ਜਿਉਂਦੇ ਵੱਸਦੇ ਰਹੋ। ਤੁਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਵੀ। ਅੱਛਾ, ਇੱਕ ਗੱਲ ਜਿਹੜੀ ਮੈਂ ਰਹਿ ਗਈ ਜਾਂਦਿਆਂ ਇੱਕ ਚੀਜ਼ ਜਿਹੜੀ ਰਹਿ ਗਈ ਸੀ, ਅੰਮ੍ਰਿਤਪਾਲ ਦੀ ਐਂਟਰੀ ਤੇ ਗੱਲ ਜਿਹੜੀ ਆ ਉਹ ਕਰ ਰਹੀ ਸੀ। ਦੇਖੋ ਜਾਂਦਿਆਂ ਵੀ ਇਸ ਬਾਰੇ ਤੁਸੀਂ ਮੈਨੂੰ ਸ਼ਾਬਾਸ਼ੀ ਦਿਆ ਕਰੋ ਕਿ ਮੈਂ ਜੇ ਜਾਂਦੇ ਵੀ ਕੋਈ ਖਬਰ ਰਹਿ ਜਾਂਦੀ ਹੈ, ਦਿਮਾਗ ਚੋਂ ਨਿਕਲ ਜਾਂਦੀ ਹੈ, ਮੈਂ ਜਾਂਦੇ ਵੀ ਖਬਰ ਦੱਸ ਦਿੰਦੀ ਹੁੰਦੀ ਹਾਂ। ਅੰਮ੍ਰਿਤਪਾਲ ਤੇ ਇਹ ਖਬਰ ਨਹੀਂ, ਪਰ ਇਹ ਡਿਸਕਸ਼ਨ ਜ਼ਰੂਰ ਹੈਗੀ ਆ। ਅੰਮ੍ਰਿਤਪਾਲ ਦੀ ਐਂਟਰੀ ਤੋਂ ਬਾਅਦ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਚੇਂਜ ਹੋਈਆਂ ਹੈਗੀਆਂ। ਬਹੁਤ ਸਾਰੇ ਲੋਕਾਂ ਨੇ ਇਲਜ਼ਾਮਾਤ ਲਗਾਏ ਕਿ ਅੰਮ੍ਰਿਤਪਾਲ ਸਿੰਘ ਜਿਹੜਾ ਹੈ ਇੱਕਦਮ ਆਉਂਦਾ ਹੈਗਾ, ਏਜੰਸੀਆਂ ਦਾ ਬੰਦਾ ਹੈਗਾ, ਇਹ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈਗਾ। ਜਦੋਂ ਹੁਣ ਇਹ ਸੋਫੇ ਕੁਰਸੀਆਂ ਤੋੜਨ ਵਾਲੀ ਗੱਲ, ਅੱਗ ਲਾਉਣ ਵਾਲੀ ਗੱਲ ਹੈਗੀ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਹਮਣੇ
ਪਈਆਂ ਹੁੰਦੀਆਂ ਰੱਖੀਆਂ ਹੁੰਦੀਆਂ, ਜਦੋਂ ਉਹਨਾਂ ਨੂੰ ਤੋੜਿਆ ਫੋੜਿਆ ਗਿਆ ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਦੇ ਅਗੇਂਸਟ ਜਾਣ ਵਾਲੇ ਲੋਕ ਬਹੁਤ ਸਾਰੇ ਹੋ ਗਏ। ਪਰ ਇੱਕ ਧੜਾ ਹੋਰ ਵੀ ਹੈ ਜਿਹੜਾ ਅੰਮ੍ਰਿਤਪਾਲ ਸਿੰਘ ਨੂੰ ਕਹਿੰਦਾ ਕਿ ਬਹੁਤ ਵਧੀਆ ਕੰਮ ਕਰ ਰਿਹਾ, ਬਹੁਤ ਨਸ਼ੇ ਜਿਹੜੇ ਆ ਛੁਡਵਾ ਰਿਹਾ, ਅੰਮ੍ਰਿਤਪਾਨ ਕਰਾ ਰਿਹਾ, ਜਿਹੜਾ ਕਿ ਕਦੀ ਵੀ ਗਲਤ ਨਹੀਂ ਹੋ ਸਕਦਾ ਹੈਗਾ। ਬਹੁਤ ਸਾਰੇ ਸਿਆਸਤਦਾਨਾਂ ਨੂੰ ਇਹ ਦਿੱਕਤ ਵੀ ਹੁੰਦੀ ਹੈ ਅੰਮ੍ਰਿਤਪਾਲ ਤੋਂ ਕਿ ਇਹ ਜਿਹੜਾ ਹੈ ਜ਼ਿਆਦਾ ਰਾਈਜ਼ ਕਰ ਰਿਹਾ ਹੈਗਾ, ਇਸ ਨੂੰ ਇਸ ਤਰ੍ਹਾਂ ਨਾਲ ਰਾਈਜ਼ ਨਹੀਂ ਕਰਨਾ ਚਾਹੀਦਾ। ਪਰ ਇੰਨੀ ਗੱਲ ਜ਼ਰੂਰ ਹੈਗੀ ਆ ਕਿ ਅੰਮ੍ਰਿਤਪਾਲ ਸਿੰਘ ਨੇ ਆ ਕੇ ਇੱਕ ਵਾਰੀ ਤਾਂ ਸਾਰਾ ਕੁਛ ਜਿਹੜਾ ਹੈ ਉਹ ਹਿਲਾਇਆ ਹੈਗਾ। ਹੁਣ ਉਹ ਪੋਜ਼ਿਟਿਵਲੀ ਇਦਾਂ ਕੀਤਾ ਜਾਂ ਨੈਗੇਟਿਵਲੀ ਇਦਾਂ ਕੀਤਾ, ਇਹ ਦਰਸ਼ਕਾਂ ਦੀ ਆਪਣੀ ਰਾਏ ਜਿਹੜੀ ਹੈ ਹੋ ਸਕਦੀ ਹੈਗੀ ਆ। ਬਾਕੀ ਬਹੁਤ ਸੇਫ ਰਹਿਣਾ। ਸਾਲ ਦਾ ਆਖਰੀ ਦਿਨ ਜਦੋਂ ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਪਾਰਟੀਜ਼ ਕਰਦੇ ਨੇ, ਬਹੁਤ ਸਾਰੇ ਲੋਕ ਆਪਣੇ ਤਰੀਕੇ ਨਾਲ ਇੰਜੋਏ ਕਰਦੇ ਨੇ, ਕੁਛ ਗੁਰਦੁਆਰਾ ਸਾਹਿਬ ਜਾਂਦੇ ਨੇ। ਜੋ ਵੀ ਕਰੋ ਬਿਲਕੁਲ ਸੇਫ ਰਹੋ, ਪਿਆਰ ਜਿਹੜਾ ਹੈ, ਮੁਹੱਬਤ ਜਿਹੜੀ ਹੈ ਉਸ ਨੂੰ ਫੈਲਾਉਂਦੇ ਰਹੋ, ਕਿਉਂਕਿ ਕਰੋਨਾ ਫੈਲੇ ਤਾਂ ਗਲਤ, ਪਰ ਜਦੋਂ ਪਿਆਰ ਮੁਹੱਬਤ ਫੈਲੇ ਤਾਂ ਫਿਰ ਇਸ ਤੋਂ ਸੋਹਣੀ ਗੱਲ ਤੇ ਵਧੀਆ ਗੱਲ ਜਿਹੜੀ ਹੈ ਹੋਰ ਕੋਈ ਹੋ ਨਹੀਂ ਸਕਦੀ ਹੈਗੀ। ਤੇ ਤੁਹਾਡੇ ਵਾਸਤੇ ਜਿੰਨਾ ਵੀ ਪਿਆਰ ਹੈ ਮੇਰੇ ਵੱਲੋਂ, ਜਿੰਨਾ ਸਤਿਕਾਰ ਹੈ ਮੇਰੇ ਵੱਲੋਂ, ਸਾਰਾ ਤੁਹਾਡੇ ਨਾਲ ਇੱਕ ਸਾਂਝ ਹੀ ਪੈ ਗਈ ਆ, ਤੁਹਾਡੇ ਨਾਲ ਇੱਕ ਰਿਸ਼ਤਾ ਜਿਹਾ ਕਾਇਮ ਹੋ ਗਿਆ। ਤੇ ਵਾਹਿਗੁਰੂ ਕਰੇ ਕਿ ਇਹ ਰਿਸ਼ਤਾ ਜਿਹੜਾ ਹੈ ਬਣਿਆ ਰਹੇ। ਬਹੁਤ ਬਹੁਤ ਧਿਆਨ ਰੱਖਣਾ ਜੀ ਆਪਣਾ। ਮਿਲਦੇ ਹਾਂ ਜੀ।